ਜਾਣ ਤੇ ਉਹਨਾਂ ਨੂੰ ਦੱਸਿਆ ਜਾਏ ਕਿ ਅਸੀਂ ਮਜ਼ਲੂਮ ਆ, ਮੁਸਲਮਾਨ ਸਾਡੇ ਤੇ ਜ਼ੁਲਮ ਕਰਦੇ ਨੇ। ਤੇ ਉਸ ਵਜ੍ਹਾ ਤੋਂ ਇਹ ਜਿਹੜੀ ਅੱਜ ਲਾਈਵ ਚਲਾਈ ਸੀ ਔਰ ਬਕਾਇਦਾ ਉਹ ਸਾਰੇ ਪ੍ਰੂਫ ਲੈ ਕੇ ਮੌਜੂਦ ਬੈਠੇ ਸਾਂ। ਮਾਸ਼ਾਅੱਲਾ ਤੁਹਾਡੀ ਆਮਦ ਹੋਈ ਹੈ। ਅੱਛਾ, ਤੇ ਫਿਰ ਕੋਈ ਕਾਦੀਆਨੀ ਕੋਈ ਟਪਕਿਆ ਕਿ ਨਹੀਂ ਹਜੇ ਤੱਕ? ਕਾਦੀਆਨੀ ਤੇ ਹਲੇ ਕੋਈ ਨਹੀਂ ਟਪਕਿਆ ਹੈਗਾ, ਉਹ ਤੇ ਬਸ ਸਹੀ ਹੈ। ਗਾਲਾਂ ਗੁਲਾਂ ਕੱਢ ਕੇ ਟੁਰ ਗਏ ਨੇ। ਹਾਂ, ਬਸ ਗੱਲ ਹੀ ਰਹਿ ਗਈਆਂ ਨੇ ਕਾਦੀਆਨੀਆਂ ਕੋਲ, ਤੇ ਇਹੋ ਹੀ ਕੰਮ ਮਰਦਈਆਂ ਕੋਲ ਵੀ ਹੈ, ਮਿਰਜ਼ਾ ਜੂਨੀਅਰ ਜੇਲਮੀ ਦੇ ਫਾਲੋਵਰਾਂ ਦੇ ਕੋਲ। ਹਾਂਜੀ ਬਿਲਕੁਲ, ਬਸ ਦੋਵੇਂ ਹੀ ਹੁੰਦੇ ਨੇ ਆ ਕੇ ਗਾਲਾਂ ਗੂਲਾਂ ਕੱਢ ਕੇ ਤੇ ਬਸ ਤਿੱਤਰ ਤੇ ਬਿੱਤਰ। ਅੱਛਾ, ਜਵਾਬ ਨਹੀਂ ਦਿੰਦੇ ਨਾ, ਜਵਾਬ ਨਹੀਂ ਦਿੰਦੇ। ਇਹ ਪਹਿਲੇ ਤੇ ਇਹਨਾਂ ਨੇ ਗੇਮ ਕੀਤੀ ਸੀ ਨਾ ਜੀ, मेरा ये सवाल है जी, मेरा ये सवाल है। अच्छा, जब से गेम हमने शुरू की है जी, हमारा भी एक सवाल है, तो तितर बितर हो गए हैं। बड़ी अजीब सी बात है यार, सारी उम्र तुम लोगों ने सवाल किए, अब हमारी बारी है भाई सवाल करने की। जो आता है कादियानी मेरा ये सवाल है जी, मरदई आएगा जी मेरा ये सवाल है। तो भाई साढ़े कोई सवाल नहीं भाई, हैं ਸਾਰੇ ਸਵਾਲ ਤੁਹਾਡੇ ਹੀ ਨੇ। ਤੁਹਾਡਾ ਸਵਾਲ ਤੇ ਸਾਡਾ ਸਵਾਲ ਕੁਝ ਵੀ ਨਾ ਹੈ। ਇਹ ਚੰਗਾ ਗੇਮ ਕਰਦੇ ਹੋ ਪਏ ਭਾਈ ਤੁਸੀਂ। ਤੇ ਉਹ ਆਓ ਭਾਈ ਆਓ, ਬੈਠੇ ਆ, ਕਾਦੀਆਨੀ ਵੀ ਆ ਜਾਓ, ਮਰਦਈ ਵੀ ਆ ਜਾਓ, ਤੇ ਆਪਣੇ ਆਪਣੇ ਮਜ਼ਹਬ ਦੀ ਤਬਲੀਗ ਕਰੋ ਸਾਨੂੰ ਆ ਕੇ। ਤੇ ਚਲੋ ਐਪਲ ਆਇਆ, ਮਲਕ ਵੀ ਤੁਹਾਡੀ ਟੀਮ 'ਚ ਹੋ ਸਕਦਾ ਆ ਜਾਏ। ਤੇ ਇੰਨੇ ਬੜੇ ਬੰਦੇ ਪਲੇ ਪਲਾਏ ਤੁਹਾਡੀ ਟੀਮ ਜੁਆਇਨ ਕਰ ਲੈਣਗੇ, ਤੁਹਾਡੀ ਤੇ ਤਬਲੀਗ ਹੋਏਗੀ, ਵਧੇਗੀ ਤਬਲੀਗ ਤੁਹਾਡੀ। ਵੈਸੇ ਹੀ ਮਿਰਜ਼ੇ ਕਾਦੀਆਨੀ ਦੇ ਉੱਤੇ ਵਹੀ ਨਾਜ਼ਲ ਹੋਈ ਸੀ ਨਾ, ਉਹ ਆਂਦਾ ਮੇਰਾ ਖੁਦਾ ਇਹ ਲਾਸ਼ ਮੈਨੂੰ ਆਂਦਾ ਜੀ ਮੈਂ ਤੇਰੀ ਤਬਲੀਗ को दुनिया के किनारों तक पहुँचाऊँगा। ਤੇ ਪਹੁੰਚਾਓ ਨਾ ਯਾਰੋ, ਕਿੰਝ ਪਹੁੰਚਾਉਣੀ ਹੈ? ਤੁਸੀਂ ਤਾਂ ਨਹੀਂ ਪਹੁੰਚਾਉਂਦੇ ਪਏ, ਤਬਲੀਗ ਤੇ ਤੁਹਾਡੀ ਅਸੀਂ ਪਹੁੰਚਾਉਂਦੇ ਹਾਂ ਪਏ ਰਲ ਮਿਲ ਕੇ। ਜਿਹੜੀ ਥੋੜ੍ਹੀ ਜਿਹੀ ਕਸਰ ਰਹਿ ਜਾਂਦੀ ਹੈ ਉਹ ਮਲਕ ਕੱਢ ਦਿੰਦਾ, ਅੱਧੀ ਪਚੱਧੀ ਮੈਂ ਪਹੁੰਚਾ ਦਿੰਦਾ ਤਬਲੀਗ। ਤੇ ਤੁਸੀਂ ਤੇ ਕਰਦੇ ਕੱਖ ਨਹੀਂ ਪਏ, ਹੱਥਾਂ ਦੇ ਹੱਥ ਰੱਖ ਕੇ ਬੈਠੇ ਹੋ, ਬਸ ਮਿਰਜ਼ਾ ਜੀ ਨੂੰ ਲਿੱਤਰ ਭੁਆਈ ਜਾਂਦੇ ਹੋ ਦਿਨ ਰਾਤ, ਕੋਈ ਕੰਮ ਨਹੀਂ ਤੁਹਾਡੇ ਕੋਲ। ਆ ਜਾਓ ਆ ਜਾਓ ਭਾਈ ਆ ਜਾਓ, ਇਹ ਮਲਕ ਸੱਦੀ ਭਾਈ ਸੱਦੀ ਤਰ੍ਹਾਂ, ਤੇ ਸਟਰੀਮ ਅੱਗੇ ਵਧਾਓ, ਫਿਰ ਗੁਫ਼ਤਗੂ ਹੁੰਦੀ ਹੈ, ਕੋਈ ਆਂਦਾ ਤੇ ਫਿਰ ਪਾਰਟੀ ਸ਼ੁਰੂ ਕਰਨੇ ਆ ਜੀ ਇਨਸ਼ਾਅੱਲਾ। ਅੱਛਾ ਜੀ, ਇਹ ਬੰਦੇ ਕਹਿ ਰਹੇ ਸਨ, ਅਗਰ ਇਜਾਜ਼ਤ ਹੋਈ ਮੈਂ ਸਕਰੀਨ ਵੱਡੀ ਕਰ ਲਾਂ? ਕਰੋ ਜੀ ਕਰੋ ਜੀ ਕਰੋ। ਅੱਛਾ ਜੀ, ਇਹ ਜਿਹੜੇ ਬੰਦੇ ਕਹਿ ਰਹੇ ਸਨ ਕਿ ਸਾਡੇ ਉੱਤੇ ਜਿਹੜਾ ਨਾ ਪਾਕਿਸਤਾਨ ਦੇ ਮੁਸਲਮਾਨ ਜਿਹੜੇ ਨੇ ਉਹ ਕਰਦੇ ਨੇ ਜ਼ਿਆਦਤੀ, ਜ਼ੁਲਮ ਕਰਦੇ ਨੇ, ਔਰ ਇਹ ਚਾਹੁੰਦੇ ਨੇ ਕਿ ਜਨਾਬ ਇਹ ਪਾਕਿਸਤਾਨ ਦੇ ਵਿੱਚ ਜੋ ਮਰਜ਼ੀ ਕਰਦੇ ਫਿਰਨ ਤੇ ਇਹਨਾਂ ਨੂੰ ਕੋਈ ਪੁੱਛਣ ਗਿੱਛਣ ਵਾਲਾ ਨਾ ਹੋਵੇ। ਇਹ ਚਾਹੇ ਬੰਦਿਆਂ ਨੂੰ ਕਤਲ ਕਰ ਦੇਣ, ਔਰ ਜਿਸ ਜਮਾਤੇ ਅਹਿਮਦੀਆ ਦਾ ਇਹ ਬੰਦੇ ਨਾਮ ਲੈਂਦੇ ਨੇ, ਬਕਾਇਦਾ ਤੌਰ ਦੇ ਉੱਤੇ FIR ਹੈ। ਇਹ FIR ਹੋਈ ਸੀ ਰਬਵੇ ਦੇ ਵਿੱਚ, ਕਾਦੀਆਨੀ ਜਿਹੜਾ ਇਹਨਾਂ ਦਾ ਸੀ ਮਰਬੀ, ਉਹਦੇ ਉੱਤੇ FIR ਹੋਈ ਸੀ। ਉਹ FIR ਕਿਸ ਵਜ੍ਹਾ ਤੋਂ ਹੋਈ ਸੀ ਕਿ 2.5 ਸਾਲ ਪਹਿਲਾਂ ਜਿਹੜਾ ਸੀ ਨਾ ਰਿਟ ਕੀਤੀ ਗਈ ਸੀ ਸੈਸ਼ਨ ਕੋਰਟ ਦੇ ਵਿੱਚ। ਸੈਸ਼ਨ ਕੋਰਟ ਨੇ ਜਨਾਬ ਜੀ ਉਹ ਫੈਸਲਾ ਕੀਤਾ ਕਿ ਜਨਾਬ ਜੀ ਕਿ ਜਿਹੜੇ ਕੁਰਾਨ ਪਾਕ ਦੀ ਤਹਰੀਫ ਕਰਦੇ ਨੇ, ਉਹਦੇ ਵਿੱਚ ਬਕਾਇਦਾ ਰਬਵੇ ਦੇ ਵਿੱਚ ਜਿਹੜੀ ਹੈ ਜਿੱਥੇ ਇਹਨਾਂ ਦੀ ਪ੍ਰਿੰਟਿੰਗ ਪ੍ਰੈਸ ਸੀ, ਉਹ ਜਿਹੜੀ ਹੈ ਉਹਨਾਂ ਨੇ ਸੀਲ ਕੀਤੀ। ਔਰ ਕਾਦੀਆਨੀਆਂ ਨੇ ਉੱਥੇ ਆਖਿਆ ਜਨਾਬ ਜੀ ਕਿ ਅਸੀਂ ਜਿਹੜੇ ਆ ਨਾ ਬੜੇ ਹੀ ਪੁਰਅਮਨ ਆ, ਅਸੀਂ ਤੇ ਕੁਰਾਨ ਦੀ ਤਹਰੀਫ ਨਹੀਂ ਕਰਦੇ, ਬਲਾ ਬਲਾ ਬਲਾ। ਫਿਰ ਉਸ ਤੋਂ ਬਾਅਦ ਕੁਝ ਅਰਸਾ ਗੁਜ਼ਰਿਆ, ਕਿਉਂਕਿ ਸੀਲ ਕਰ ਦਿੱਤੀ ਸੀ ਉਹ ਪ੍ਰੈਸ। ਇਹਨਾਂ ਕੀ ਕੰਮ ਕੀਤਾ, ਇਹਨਾਂ ਨੇ ਜਨਾਬ ਜੀ ਉਹ ਸੀਲ ਨਹੀਂ ਪੱਟੀ, ਇਹਨਾਂ ਨੇ ਪੌੜੀ ਲਾ ਕੇ ਨਾ ਉੱਤੋਂ ਦੀ ਆਲਾ ਬਣਾ ਲਿਆ। ਉਸ ਆਲੇ ਦੇ ਥਰੂ ਇਹ ਬੰਦੇ ਵੜਦੇ ਸਨ ਅੰਦਰ, ਜਨਾਬ ਜੀ ਉਹੀ ਕੁਰਾਨ ਪਾਕ ਦੀ ਤਹਰੀਫ ਕਰਦੇ ਸਨ। ਕੁਰਾਨ ਪਾਕ ਦੀ ਜਿਹੜੀ ਉਹ ਜਿਹੜੇ ਤਰਜਮੇ ਨੇ ਜਾਂ ਕੁਰਾਨ ਪਾਕ ਦੀ ਜੋ ਤਹਰੀਫ ਇਹ ਕਰਦੇ ਸਨ।
ਬੰਦਾ ਇੱਕ ਸੀ, ਉਹਨੇ ਜਨਾਬ ਜੀ ਫਿਰ ਕੀਤੀ ਹਾਈ ਕੋਰਟ ਦੇ ਵਿੱਚ ਰਿਟ। ਬਕਾਇਦਾ ਤੌਰ ਦੇ ਉੱਤੇ ਹਾਈ ਕੋਰਟ ਦਾ ਜਿਹੜਾ ਜੱਜ ਸੀ ਉਹਨੇ ਡੀਪੀਓ ਸੀਪੀਓ ਡੀਐਸਪੀ ਸਾਰੇ ਨੂੰ ਬੁਲਾ ਕੇ ਉਹਨੇ ਆਖਿਆ ਕਿ ਤੁਸੀਂ ਜਾਂਦੇ ਹੋ ਜਾਂ ਮੈਂ ਜਾਵਾਂ। ਉਹਦੇ ਕਹਿਣ ਦੇ ਉੱਤੇ ਇੱਕ ਬੈਂਚ ਜਨਾਬ ਜੀ ਤਿਆਰ ਹੋਇਆ। ਉਹ ਬੈਂਚ ਉਹਨਾਂ ਨੇ ਜਨਾਬ ਜੀ ਲੈ ਗਏ ਰਬਵੇ ਜਿਸ ਟਾਈਮ ਗਏ ਨੇ, ਨਾਲ ਸਾਡੇ ਖਤਮੇ ਨਬੂਵਤ ਦੇ ਜਿਹੜੇ ਸੀ ਮੁਜਾਹਦ ਉਹ ਵੀ ਸਨ ਬਕਾਇਦਾ ਤੌਰ ਦੇ ਉੱਤੇ। ਜਦੋਂ ਰਬਵੇ ਗਏ ਨੇ ਤੇ ਦੇਖਿਆ ਤੇ ਜਨਾਬ ਜੀ ਸੀਲ ਤੇ ਲੱਗੀ ਦੀ ਹੈ, ਜਿਨ੍ਹਾਂ ਨੇ ਸੀਲ ਲਾਈ ਸੀ ਸਰਕਾਰੀ ਬੰਦਿਆਂ ਨੇ, ਉਹਨਾਂ ਨੇ ਦੇਖਿਆ, ਉਹਨਾਂ ਕਿਹਾ ਜੀ ਸੀਲ ਦੇਖੋ ਜੀ ਲੱਗੀ ਦੀ ਹੈ। ਬਕਾਇਦਾ ਤੌਰ ਦੇ ਉੱਤੇ ਫਿਰ ਉਹਨਾਂ ਨੇ ਨਿਸ਼ਾਨਦੇਹੀ ਕੀਤੀ, ਉਹਨਾਂ ਨੇ ਕਿਹਾ ਜੀ ਹਰ ਪਾਸੇ ਤੁਸੀਂ ਚੈੱਕ ਕਰੋ। ਔਰ ਜਿਸ ਟਾਈਮ ਉਹ ਅੰਦਰ ਐਂਟਰ ਹੋਏ ਨੇ, ਕਿਉਂਕਿ 2-2.5 ਸਾਲ ਦੇ ਵਿੱਚ ਪਾਕਿਸਤਾਨ ਦਾ ਇਹ ਸਿਸਟਮ ਹੁੰਦਾ ਹੈ ਕਿ ਅਗਰ ਮਸ਼ੀਨ ਪਈ ਹੋਏ ਜਾਂ ਕੋਈ ਐਸੀ ਚੀਜ਼ਾਂ ਪਈਆਂ ਹੋਣ ਤੇ ਉਹਦੇ ਉੱਤੇ ਗਰਦੋ ਗੁਬਾਰ ਜੰਮ ਜਾਂਦਾ ਹੈ। ਉਹਨਾਂ ਨੇ ਪੌੜੀ ਲਾ ਕੇ ਜਿਸ ਟਾਈਮ ਦੇਖਿਆ ਤੇ ਜਨਾਬ ਜੀ ਉੱਪਰ ਨਾ ਇਹਨਾਂ ਨੇ ਆਲਾ ਕੱਢਿਆ ਦਾ ਸੀ ਕਿ ਜਿਸ ਆਲੇ ਦੇ ਥਰੂ ਇਹ ਥੱਲੇ ਪੌੜੀ ਲਾ ਕੇ ਅੰਦਰ ਐਂਟਰ ਹੁੰਦੇ ਸੀ। ਸੀਲ ਨਹੀਂ ਪੱਟੀ ਲੋਕਾਂ ਨੂੰ ਵਿਖਾਉਣ ਵਾਸਤੇ, ਉੱਤੋਂ ਦੀ ਐਂਟਰ ਹੁੰਦੇ ਸਨ। ਉਹਦੇ ਉੱਤੇ ਜਦੋਂ ਉਹ ਸਾਰੇ ਅੰਦਰ ਐਂਟਰ ਹੋਏ ਨੇ, ਬਕਾਇਦਾ ਸਰਕਾਰੀ ਬੰਦਿਆਂ ਨੇ ਕਿਹਾ, ਉਹਨਾਂ ਕਿਹਾ ਜੀ ਹੁਣ ਸੀਲ ਪੱਟੋ, ਹੁਣ ਅਸੀਂ ਦੇਖਦੇ ਹਾਂ। ਜਿਸ ਟਾਈਮ ਉਹਨਾਂ ਨੇ ਸੀਲ ਪੱਟੀ ਹੈ, ਮਸ਼ੀਨਾਂ ਸਨ ਗਰਮ, ਯਾਨੀ ਕਿ ਇਹਨਾਂ ਦੇ ਆਉਣ ਤੋਂ ਪਹਿਲਾਂ ਬੰਦੇ ਨਿਕਲ ਚੁੱਕੇ ਸਨ। ਮਸ਼ੀਨਾਂ ਗਰਮ ਸੀ, ਕੁਰਾਨ ਪਾਕ ਦੇ ਔਰਾਫ ਪਏ ਦੇ ਸਨ, ਕੁਰਾਨ ਪਾਕ ਦੇ ਜਿਹੜੇ ਉਹ ਇਹਨਾਂ ਨੇ ਤਹਰੀਫ ਕੀਤੀ ਦੀ ਸੀ, ਉਹ ਸਭ ਕੁਝ ਉਸ ਚੀਜ਼ ਦੇ ਉੱਤੇ ਮੌਜੂਦ ਸੀ। ਫਿਰ ਉਸ ਤੋਂ ਬਾਅਦ ਕੀ ਹੁੰਦਾ ਹੈ, FIR ਕੱਟਣ ਦਾ ਹੁਕਮ ਜਿਹੜੀ ਹੈ ਨਾ ਉਹ ਅਦਾਲਤ ਦਿੰਦੀ ਹੈ, ਹਾਈ ਕੋਰਟ। FIR ਕੱਟੀ ਜਾਂਦੀ ਹੈ ਔਰ FIR ਕੱਟਣ ਦੇ ਵਿੱਚ ਬਕਾਇਦਾ ਤੌਰ ਦੇ ਉੱਤੇ ਇਹਨਾਂ ਦੀਆਂ ਔਰਤਾਂ ਸ਼ਾਮਲ ਨੇ, ਠੀਕ ਹੈ ਜੀ, ਉਮੁਲ ਕੁਦੂਸ ਵੀ ਸ਼ਾਮਲ ਹੈ ਇਹਦੇ ਵਿੱਚ। ਯਾਨੀ ਕਿ ਜਿਹੜੀਆਂ ਇਹਨਾਂ ਦੀ ਵੱਡੇ ਵੱਡੇ ਅਹੁਦੇਦਾਰਾਂ ਦੀਆਂ ਜਿਹੜੀਆਂ ਧੀਆਂ ਨੇ, ਜਿਹੜੀਆਂ ਬੱਚੀਆਂ ਨੇ, ਜਿਹੜੀਆਂ ਇਹਨਾਂ ਦੀਆਂ ਮਾਵਾਂ ਨੇ, ਉਹ ਵੀ ਇਸ ਕੰਮ ਦੇ ਵਿੱਚ ਸ਼ਾਮਲ ਨੇ। ਅਦਾਲਤ ਦੀ ਇਹ ਜਨਾਬ ਜੀ ਜਿਹੜੀ FIR ਹੁੰਦੀ ਹੈ, ਉਸ ਤੋਂ ਬਾਅਦ ਅਰੈਸਟ ਕਰਨ ਦਾ ਜਨਾਬ ਜੀ ਆਰਡਰ ਦਿੰਦੀ ਹੈ ਅਦਾਲਤ। ਜਿਸ ਟਾਈਮ ਅਰੈਸਟ ਕਰਨ ਦਾ ਆਰਡਰ ਦਿੰਦੀ ਹੈ, ਇਹ ਬੰਦਾ ਜਿਹੜਾ ਮੁਰੱਬੀ, ਇਹਨੂੰ ਜਨਾਬ ਜੀ ਉਹ ਆਪਣੇ ਨਾ ਥਾਣੇ ਲੈ ਜਾਂਦੇ ਨੇ। ਜਿਸ ਟਾਈਮ ਇਹਨੂੰ ਥਾਣੇ ਲੈ ਕੇ ਜਾਂਦੇ ਨੇ, ਔਰ ਇਹ ਬੰਦਾ ਉਹ ਸੀ ਕਿ ਜਿੰਨੇ ਕੁਰਾਨ ਪਾਕ ਦੀ ਜਿਹੜੀ ਤਹਰੀਫ ਸ਼ੁਦਾ ਜਿਹੜੇ ਸੀ ਕੁਰਾਨ ਪਾਕ, ਇਹ ਇੰਨੇ ਅੱਗੇ ਦੂਸਰੀਆਂ ਜਗ੍ਹਾ ਤੇ ਜਲਸਿਆਂ ਦੇ ਉੱਤੇ ਇਹਨੇ ਤਕਸੀਮ ਕੀਤੇ ਸੀ। ਇਹਨੂੰ ਜਦੋਂ ਲੈ ਕੇ ਜਾਂਦੀ ਏ, ਇਹ ਦੇਖੋ ਜੀ, ਜਮਾਤੇ ਅਹਿਮਦੀਆ ਦੇ ਸਾਰੇ ਬੰਦੇ ਜਿਹੜੇ ਆਪਣੇ ਆਪ ਨੂੰ ਲਵ ਫਾਰ ਆਲ ਔਰ ਹੇਟਡ ਫਾਰ ਨਨ ਦੇ ਨਾਰੇ ਲਾਉਂਦੇ ਨੇ, ਯੂਰਪ, ਇੰਗਲੈਂਡ, ਅਮਰੀਕਾ, ਕੈਨੇਡਾ ਦੇ ਵਿੱਚ ਉਹ ਮਾਸੂਮ ਬਣ ਕੇ ਵਿਖਾਉਂਦੇ ਨੇ ਕਿ ਅਸੀਂ ਬੜੇ ਮਾਸੂਮ ਆ। ਮੁਸਲਮਾਨ ਮੌਲਵੀ, ਮੁਸਲਮਾਨ ਆਲਮ, ਮੁਸਲਮਾਨ ਮੁਫਤੀ ਜਿਹੜੇ ਨੇ ਉਹ ਸਾਡੇ ਉੱਤੇ ਬੜਾ ਜ਼ੁਲਮ ਕਰਦੇ ਨੇ। ਇਹ ਪਿਆਰ ਮੁਹੱਬਤ ਵਾਲੀ ਜਮਾਤ ਜਿਹੜੀ ਏ, ਇਹਨੇ ਕੀਤਾ ਥਾਣੇ ਦੇ ਉੱਤੇ ਹਮਲਾ, ਜਿਹਦੇ ਵਿੱਚ ਜਿਹੜਾ SHO ਸੀ ਬਕਾਇਦਾ ਤੌਰ ਦੇ ਉੱਤੇ, ਇਹ ਉਹ SHO ਹੈ ਜਿਹਨੇ 2 ਕਾਦੀਆਨੀ ਜਿਹੜੇ ਸੀ ਨਾ ਪੁਲਿਸ ਮੁਕਾਬਲੇ ਦੇ ਵਿੱਚ ਮਾਰੇ ਸੀ, ਉਹ ਦਹਿਸ਼ਤਗਰਦ ਸੀ। ਫਿਰ ਉਸ ਤੋਂ ਬਾਅਦ लो जी देख लो, मैं नहीं कह रहा। तहरीफ शुदा कुरान पाक केस में पुलिस की रबवा में कार्रवाई, अहम मुजरिमान गिरफ्तार। कादियानियों ने गिरफ्तारियों के खिलाफ थाने का घेराव कर लिया। कादियानी ने कहना है अपने कोलों लिखिया करना मैं तुम्हें सैट। लो जी, चनाब नगर का जिहड़ा ना अखबार है रोज़नामा कराची, बकायदा तौर दे उत्ते उत्थे भी छपदी है यह चीज़, ठीक है जी, कि ये बंदे जिहड़े अपने आप नूं लव फॉर ऑल और हेटेड फॉर नन दे नारे लाने वाले नूं कहंदे कि जी असी बड़े जनाब जी हो अच्छे लोग हाँ, मुसलमान साडे ते जुल्म करते हैं, सानू पाकिस्तान च जीण दा कोई हक नहीं, असी जो मर्जी कर। भाई असी नहीं कर सकते, असी नहीं अपने बच्चों नूं जिहड़ा ना वो जिंज तुहाड़ियां औरतां जिहड़ियां ने एक बंदे नाल दो दो औरतां तुहाड़ियां जिहड़ियां ने ना वो सौंदियां ने रबवे दे विच चकले खुले दे। यार डबल क्लिक करो ते नाले शेयर करो भाई, लाइव शेयर होनी चाहिए ज़्यादा तो ज़्यादा जी, जारी रखो जी। अच्छा, ये जिहड़े ने ये यूरोपां दे विच आके इंग्लैंड अमेरिका कैनेडा दे विच कि जी असी बड़े मजलूम हाँ, और इत्थे दे बंदियां नूं दसदे ने कि
ਅਸੀਂ ਤੇ ਬਹੁਤ ਜ਼ਿਆਦਾ ਜਿਹੜੇ ਆ ਨਾ ਸਾਡੇ ਉੱਤੇ ਜ਼ੁਲਮ ਕੀਤਾ ਜਾਂਦਾ ਹੈ, ਸਾਡਾ ਸਿਸਟਮ ਬਹੁਤ ਖਰਾਬ ਹੈ। ਹੁਣ ਇਹ ਤੇ ਇੱਕ ਕੇਸ ਸੀ ਜਮਾਤੇ ਅਹਿਮਦੀਆ ਦਾ, ਇੱਕ ਹੋਰ ਕੇਸ ਵਿਖਾਉਂਦੇ ਆ ਕਿ ਇਹ ਬੰਦੇ ਜਰਮਨ ਦੇ ਵਿੱਚ ਕੀ ਕਰ ਰਹੇ ਨੇ। ਜਮਾਤੇ ਅਹਿਮਦੀਆ ਜਿਹੜੀ ਕਹਿੰਦੀ ਹੈ ਕਿ ਅਸੀਂ ਬੜੀ ਪੀਸਫੁਲ ਜਮਾਤ ਆ, ਇਹ ਜਰਮਨ ਦਾ ਅਖਬਾਰ ਹੈ ਹੰਬਰਗ, ਇਹਦੇ ਵਿੱਚ ਜਮਾਤੇ ਅਹਿਮਦੀਆ ਦੇ ਬੰਦੇ ਨੇ ਇੱਕ ਗੋਰੀ ਨੂੰ ਕਤਲ ਕਰ ਦਿੱਤਾ। ਕਾਹਦੇ ਵਾਸਤੇ? ਸ਼ਹਿਵਤ ਦੀ ਹਵਸ ਦੇ ਵਾਸਤੇ। ਉਹਦੇ ਘਰ ਵੜਿਆ, ਉਹਦੇ ਬੱਚੇ ਜਿਹੜੇ ਸੀ, ਇੱਕ ਸਕੂਲ ਗਈ ਦੀ ਸੀ, ਠੀਕ ਹੈ, ਤੇ ਇੱਕ ਆਪਣੇ ਨਾਨੀ ਦੇ ਘਰ ਸੀ। ਇਹ ਬੰਦਾ ਵੜਦਾ ਹੈ ਔਰ ਵੜ ਕੇ ਉਸ ਔਰਤ ਨੂੰ ਜਨਾਬ ਜੀ ਸ਼ਹਿਵਤ ਦੇ ਹਫਜ਼ ਦੇ ਵਿੱਚ ਕਤਲ ਕਰ ਦਿੰਦਾ ਹੈ। ਪਹਿਲੇ ਉਸ ਔਰਤ ਦੇ ਨਾਲ ਇਹਦਾ ਜਿਹੜਾ ਸੀ ਉੱਠਣਾ ਬਹਿਣਾ ਸੀ, ਉਸਨੇ ਮਨਾ ਮੁਨਾ ਕੀਤਾ ਔਰ ਉਸ ਤੋਂ ਬਾਅਦ ਇਸ ਬੰਦੇ ਨੇ, ਜਮਾਤੇ ਅਹਿਮਦੀਆ ਦੇ ਬੰਦੇ ਨੇ, ਉਸ ਔਰਤ ਨੂੰ ਕਤਲ ਕਰ ਦਿੱਤਾ। ਇਹ ਲਵ ਫਾਰ ਆਲ ਔਰ ਹੇਟਡ ਫਾਰ ਨਨ ਵਾਲੀ ਜਮਾਤ ਹੈ। ਉਸ ਤੋਂ ਬਾਅਦ ਇਹਨਾਂ ਦੇ ਮੁਰੱਬੀ ਦੀ ਅਸੀਂ ਗੱਲ ਕਰਨੇ ਆ। ਇਹ ਇਹਨਾਂ ਦਾ ਮੁਰੱਬੀ ਹੈ, ਬਕਾਇਦਾ ਤੌਰ ਦੇ ਉੱਤੇ ਇਹਦੇ ਉੱਤੇ ਜਨਾਬ ਜੀ ਜਮਾਤੇ ਅਹਿਮਦੀਆ ਨੇ ਇਸ ਮੁਰੱਬੀ ਨੂੰ ਬਚਾਉਣ ਵਾਸਤੇ ਪਹਿਲਾਂ 10,000 USA ਡਾਲਰ ਦਾ, ਸੌਰੀ 1 ਲੱਖ USA ਡਾਲਰ ਦਾ ਮੁਚਲਕਾ ਭਰਿਆ ਜ਼ਮਾਨਤ ਵਾਸਤੇ। ਅੱਛਾ, ਇਹਨੇ ਕੀਤਾ ਕੀ ਸੀ? ਅੱਲਾ ਫਾਰ ਆਲ ਹੇਟਡ ਫਾਰ ਨਨ ਵਾਲੀ ਜਮਾਤ ਨੇ ਇਹਨੇ ਕੀਤਾ ਕੀ ਸੀ? ਇਹਨੇ ਆਪਣੀ ही जमात दा मलका आप ना उर्दू में ज़रा बोलें दोस्तों का वो, क्योंकि ये रिकॉर्डिंग हो रही है और यूट्यूब पे भी जाएगी। हाँ, ओके। तो कईयों को वो फिर पंजाबी समझ नहीं आती जी। मैं अड़ गया तो फिर मेहरबानी। अच्छा, बात ये है कि ये बंदा उस जमाते अहमदिया का मानने वाला है कि जो अपने आप को कहती है कि हम बड़े ही पीसफुल लोग हैं, और इस बंदे को बचाने के लिए जमाते अहमदिया ने 1 लाख USA डॉलर का मुचलका भरा जमानत पे, यानी इसको। अच्छा, इसने किया क्या था? किया इसने ये था कि ये बंदा अपनी ही जमात के बच्चों के साथ जना करता था। ये अपने मिर्ज़ा कादियानी की सुन्नत पे अमल करता था, और इस बंदे ने अपने ही जो स्टूडेंट थी उस बच्चे के साथ इसने रेप किया। जब रेप किया तो उसने घर जाके बताया। ये मुरब्बी भी था और बड़ा असल रसूख भी रखता था। इस वजह से उसके घर वालों ने इसको कहा कि ये तुमने क्या किया, और इसने उनको धमकियां वगैरह दी। उन्होंने कहा नहीं नहीं नहीं, हम यहाँ पे अमेरिका में है, पाकिस्तान में नहीं है कि जो आपका दिल करे जमात का वो कर ले। उन्होंने इस बंदे के ऊपर करवा दी FIR। अच्छा, जब इस पे FIR होती है, ये बंदा भाग जाता है कनाडा। कनाडा से FBI इसको लेके आती है और अदालत में जब इसको पेश करती है तो जमात 1 लाख USA डॉलर का मुचलका देती है इस बंदे के लिए। जब ये बंदा मुचलके पे छूटता है, यानी बाहर आता है, तो ये बंदा भाग जाता है। वो भी FBI है, वो भी अमेरिका है। उन्होंने फिर इसको ढूंढा, और ढूंढने के बाद जमात ने फिर अदालत में अपील की कि 3 मिलियन USA डॉलर, 3 मिलियन USA डॉलर जमाते अहमदिया देने के लिए तैयार थी। इस मुनीब जोन सा था ना, जिसके साथ इसने रेप किया था, ये जो जमाते अहमदिया का बंदा है, इसके साथ इसको देने के लिए, यानी इसके ऊपर पैसा खर्च करने के लिए, इस जानी बदकार को बचाने के लिए जमाते अहमदिया ने 3 मिलियन USA डॉलर की ऑफर तक की। अदालत ने वो नहीं ली। अदालत ने अपनी उस कार्रवाई में बड़ी अच्छी बात लिखी। क्या लिखती है अदालत? एंड में जो अदालत ने कहा है कि ये एक केस हमारे सामने नहीं आया, ठीक है, इससे पहले डॉक्टर मोहम्मद अफजल ओपल एक ये केस आ चुका है। उसके बाद
आकाश अशर का हमारे पास केस आ चुका है, और सबसे बड़ी बात कि अमेरिका की अदालत ने यह कहा कि निदा उन नसीर जो इनके खलीफे की नवासी है और मिर्ज़े मसरूर मौजूदा खलीफा की वो भतीजी है, जिसके साथ 36 साल बाकायदा अदालत ने खुद कहा है कि उसके साथ ज्यादती होती रही। और एंड में उन्होंने लिखा है जी जमाते अहमदिया। ये हैं जी लव फॉर ऑल और हेटेड फॉर नन के नारे लगाने वाले लोग। सिर्फ यहाँ तक नहीं, ये बंदा रबवे में, ये मुरब्बी है जमाते कादियानिया का, रबवे में ये बंदा होता है। अच्छा, ये FIR भी इसकी मौजूद है, वो भी हम दिखा देंगे। अच्छा, ये इसने इस लड़की के साथ रेप किया, सारे मामलात, ये सब कुछ ऊपर लिखा हुआ है बाकायदा तौर के ऊपर। और ये भी एक इनका मुरब्बी है जिसने जिनसी ज्यादती की। ये एक नहीं, कई ऐसे केस हैं कि जो जमाते कादियानी कहती है, जमाते अहमदिया कहती है कि जनाब हम तो बड़े ही मजलूम हैं, हमारे साथ मौलवी जुल्म करते हैं, हमारे साथ तो मुफ्ती जुल्म करते हैं, मुसलमान तो हमें मारने के लिए आते हैं। ये इसकी उर्दू में है कि जमाते अहमदिया ने अमेरिका में बच्चों से ज्यादती पर सजा पाने वाले साबिक रहनुमा और उस्ताद मुनीबुर रहमान का खराज कर दिया। ये जब मरज़ई कादियानी मुरब्बी करते रहें तब तक जमात इनका साथ देती है, और जब ये पकड़े जाते हैं उसी टाइम जमात इनको अखराज दे देती है। अखराज सिर्फ यूरोप, इंग्लैंड, अमेरिका, कनाडा वालों को दिखाने के लिए होता है, हुकूमत को दिखाने के लिए होता है। क्या देखें जी, इसने गलत किया तो हमने इसको निकाल दिया। होता वो जमात के अंदर ही है, सिर्फ वो प्रूफ देते हैं कि तुम जमात के साथ नहीं हो, और उसके बाद जमात खुद इनके वकील करती है, खुद इनकी वो सारे मामलात पूरे करती है, इनकी पूरी पुष्टपनाही इनकी की जाती है, इन मुरब्बियों की, ये जो जानी बदकार हैं। अच्छा, ये देखें जमाते अहमदिया का एक बंदा, अब लव फॉर ऑल की बात चली है तो फिर हम लव फॉर ऑल की बात तो अच्छे तरीके से करेंगे ना। अब ये जमाते अहमदिया का एक बंदा कनाडा के अंदर MP बनता है, ब्रिटिश पार्लियामेंट का मेंबर, और अहमदिया UK इसको ट्वीट में बकायदा इसको मुबारकबाद देती है, बड़ा बड़ा कुछ कहती है, ठीक है। और ये बंदा और जमात का जो मिर्ज़ा है, इनका मौजूदा खलीफा, वो आवाज़ देता है, वो कहता है जी देखें जी, जमात तो दुनिया के कोने कोने में जा रही है, जिस तरह मुतर अलैहि शलवार ने कहा था। उसके बाद ये बंदा क्या करता है, कुछ ही देर के बाद ये भी बंदा वही काम करता है। इमरान अहमद MP गिल्टी ऑफ सेक्स, कितने साल के बच्चे के साथ की है? 15 साल के। ये है लव फॉर ऑल और हेटेड फॉर नन। ये कहते हैं जी मौलवी हमें बड़ा कुछ कहते हैं, मुसलमान हमें जीने नहीं देते। अच्छा, इस पे ये बकायदा अदालत ने ये सारा नोटिस भी जारी किया है, ये विकिपीडिया पे भी मौजूद है, क्योंकि कादियानी विकिपीडिया को बाप समझते हैं, तो ये भी मौजूद है। उसके बाद ये हकीम राशिद है, ये जर्मन में होता है, मुफ्ती साहब माशाल्लाह इसको बड़े अच्छे से जानते हैं। और ये वो हकीम राशिद है जिसकी वीडियो भी मेरे पास मौजूद है कि ये बंदा अपनी ही जमात की औरतों को वीडियो बनाने के लिए, यानी गलत वीडियो बनाने के लिए उकसाता था, और अपने आप को मारने की धमकी देता था कि अगर तुमने मुझे गंदी वीडियो सेंड ना की तो मैं अपने आप को मार लूँगा। ये है जी लव फॉर ऑल और हेटेड फॉर नन। अब ये जो सा है, इसका नाम है शफीक अहमद। ये है जी रबवा में अल फजल का अखबार जो सा है उसका ये एडिटर है, और मिर्ज़े कादियानी के जो झूठे 313 सहाबी थे ये उनका नवासा है और बड़ा मुरब्बी है।
یہ بندہ کیا کر رہا ہے، لو فار آل اور ہیٹڈ فار نن کی تبلیغ کر رہا ہے، اس کی بھی ویڈیو موجود ہے۔ یہ ان کی لجنا بیٹھی ہوئی ہے، میں نے اس کو کپڑے پہنائے ہیں، یہ الف ننگی ہے، ٹھیک ہے۔ اب یہ جو انسا ہے یہ بھی ننگا ہے، یہ اپنا مرزا اس کی جائے لذت میں دینے کی کوشش کر رہا تھا، پر ویڈیو میں نا یہ ہے جی لو فار آل اور ہیٹڈ فار نن کے نعرے لگانے والے، اور باقاعدہ طور کے اوپر آخری سب سے بڑا جو کیس ہے وہ ہے ندا النصیر کا۔ باقاعدہ برٹش اخبار نے اس چیز کو لکھا بھی، چھاپا بھی۔ مرزا مسرور موجودہ ان کا جو خلیفہ ہے کہ یہ کیا کیا معاملات ان کی جماعت میں ہوتے ہیں اور یہ کیا کیا کرتے ہیں۔ اور بڑا مزیدار ایک اور کیس ہے جس کا اسی سال 2023 میں فیصلہ ہوا ہے، وہ یہ ہے، یہ بھی بندہ احمدی مبلغ کا امریکہ میں 5 کم سن بچیوں کی پورنوگرافی تیار کرنے، ان کو جنسی طور پر ہراساں کرنے کا اعتراف۔ اب یہ بندہ ہے جناب جی، یہ دوسرے نمبر والا۔ اس بندے نے باقاعدہ، اگر مفتی صاحب اجازت دیو تو میں آیت ذرا پڑھ کے دساں۔ جی 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 ضرور جی جزاک اللہ۔ اچھا جی، یہ اردو میں نے اس لیے کہ سمجھنے والوں کے لیے بھی یہ اچھا ہو جائے گا کہ کینیڈا کے رہائشی احمدی مشنری محمد لقمان رانا ایج 33 سال نے امریکہ کی رہائشی کم از کم 5 نابالغ لڑکیوں کی فحش تصاویر اور فلمیں تیار کرنے اور ان کی ریکارڈنگ سوشل میڈیا پر پھیلانے کی دھمکی دے کر انہیں جنسی طور پر بلیک میل کرنے کا اعتراف کیا ہے۔ لو فار آل اور ہیٹڈ فار نن ایسے دنیا میں کام کرتی ہے۔ اچھا، رانا مختلف آن لائن پلیٹ فارم پر کنگ چیتا کے فرضی نام سے کم سن بچیوں کو جھانسا دیتا تھا۔ اس نے اعتراف کیا کہ اس نے اپنے متاثرین سے ویب سائٹ مائکروسافٹ اور ٹینی چیٹ اومیگلی سائٹس کے ای میل پلیٹ فارم پر ملاقات کی۔ اس نے اعتراف کیا کہ وہ متاثرین کو جنسی طور پر اشتعال انگیز طریقوں سے پوز کرنے پر راضی کرتا تھا اور پھر مستقبل میں انہیں جنسی طور پر بلیک میل کرنے کے لیے خفیہ طور پر ریکارڈ کرتا تھا۔ اس نے اعتراف کیا کہ جون 2014 اور جون 2016 کے دوران اس نے 18 سال سے کم عمر بچیوں کے ساتھ ہزاروں ای میلز کا تبادلہ کیا۔ اچھا، یہ جو 5 بچیاں آئی ہیں یہ وہ ہیں جنہوں نے اس کے اوپر FIR کروائی ہے، اور باقی جو ہیں ان کا کوئی پتہ نہیں، وہ کچھ ڈر کے بیٹھ گئیں یا کیا معاملہ وہ اللہ جانے۔ پر یہ جو 5 بچیوں کا کیس آیا انہوں نے FIR کروائی۔ اور اچھا، اس نے جو اعتراف کیا اس نے ایسے ہی نہیں اعتراف کر لیا۔ یورپ میں یا انگلینڈ، امریکہ، کینیڈا میں یہ ہے کہ اگر آپ عدالت میں جاتے ہیں، آپ مثال ہے، آپ عدالت پوچھتی ہے آپ کو پہلے کہ ہاں بھائی اگر آپ نے یہ کام کیا ہے تو ہمیں پہلے ہی بتا دو، اس کا یہ فائدہ ہوگا کہ ہم آپ کو سزا کم دیں گے، اور اگر آپ نہیں مانیں تو وہ چیز بعد میں پروف ہو گئی تو عدالت چاہتی ہے تو اس کی سزا ڈبل نہیں، تربل نہیں، 5 گنا بڑھا دیتی ہے۔ اس وجہ سے، اس ڈر سے اس بندے نے اعتراف کیا، اور بعد میں باقاعدہ طور کے اوپر اس نے یہ کہا کہ اس نے اعتراف کیا کہ وہ متاثرین کو جنسی طور پر اشتعال انگیز طریقوں سے 2014 اور 2016 کے دوران اس نے 18 سال سے کم عمر بچیوں کے ساتھ ہزاروں ای میلز کا تبادلہ کیا، جس کے ذریعے وہ انہیں جنسی طور پر بلیک میل کرتا رہا، اور ایسے لائیو ٹرانسمیشن اور ای میل کمیونیکیشن دونوں کے ذریعے چائلڈ پورنوگرافی کی تصاویر بنا کر بھیجنے پر ورگلا کر تیار کرتا رہا۔ رانا نے یہ اعتراف اپنی 11 صفحات پر مشتمل
پلے بارگیننگ درخواست میں کیا. وہی نا جڑی گل کیتی ہے وہی بات کی کہ جو یعنی کہ عدالت نے کہا تو پھر اس نے وہ سارا لکھ کے دیا اس کو. 11 صفحات پہ وہ مشتمل تھی کہ پاس ریڈنگیون ابور جس کی کاپی دستیاب ہے جو میری لینڈ کی ڈسٹرکٹ کورٹ کی عدالت میں جمع کرائی گئی ہے. یہ نیچے پاولا ایکسنس جج ہے یو ایس اے. دستاویزات پر رانا ان کے وکیل رجسٹرڈ. آگے والا اب ہم دکھاتے ہیں. جی درخواست کے پاس باقاعدہ طور کے اوپر انہوں نے یہ کورٹ کی عدالت میں جمع کروائی. اور پاولا یہ جج ہے یو ایس کا یعنی کہ امریکہ کا. ان کے وکیل رجسٹر فینچی اور میچل مورگن. اس کے بعد یہ سارے انہوں نے وہ ساری ڈیٹیل بتائی. آگے اس نے کہا جی امریکی قانون نافذ کرنے والے ادارے ایف بی آئی نے کنگ چیتا کی شکار 5 بچیوں کی شناخت کی. جج نے ملزم کو سزا سنانے کے لیے 8 مئی 2023 کی تاریخ مقرر کی ہے. اسی سال اس کو باقاعدہ طور کے اوپر سزا بھی ہوئی ہے اور 20 ہزار ہر بچی کو 20 ہزار یو ایس اے ڈالر کا عدالت نے اس کو ہرجانہ بھی دیا. اب یہ ساری وہ لکھ کے کہ خاندانی حالات طرز زندگی اور رویہ وغیرہ کی تفصیلات کے ساتھ رپورٹ فراہم کرے. پلے بارگیننگ معاہدے کے تحت امریکی اٹارنی کے دفتر کے مدعا علیہ نے زیادہ سے زیادہ 32 سال قید اور 100 یعنی کہ کتنا 32 سال قید اور $2,05,100 جرمانے پر اتفاق کیا ہے. اچھا اس پہ تھوڑی سی سوچنے کی بات یہ ہے کہ یہ جو رانا لقمان ہے یہ رانا لقمان کوئی اتنا کوئی امیر ترین یا کسی ملین ٹریلینئر کا بیٹا نہیں ہے. یہ کیا ہے؟ یہ جماعت احمدیہ کا مربی ہے. جماعت نے فی الوقت اس کو دیا لیٹر کہ جناب آپ کا ہمارا کوئی تعلق نہیں ہے. اس کے بعد یہ اپنے اسی صفحات میں وہ جو اس نے لکھا کہ مجھے اتنی سزا ہونی چاہیے اس میں اس نے کہا کہ 32 سال کی قید $2,05,100 جرمانے پر اتفاق کیا یعنی کہ مانا. اب یہ کس نے دینا ہے؟ یہ جماعت احمدیہ نے دینا ہے کیونکہ جماعت احمدیہ نے ایسے لوگ رکھے ہوئے ہیں. اب پاکستان میں مولوی یہ کام کرنے نہیں دیتے. مولوی لا جدی لیندے نے اور جماعت احمدیہ کے لوگ یورپ انگلینڈ امریکہ کینیڈا میں یہی بس رونا روتے ہیں جناب مار دیا لوٹے لیا ہمیں. اب یہ بندے پاکستان میں کیسی کیسی حرکتیں کرتے ہیں یہ بھی دیکھ لیں. یہ بندہ ہے قادیانی جماعت کے باغی احمد یوسف کو قیادت نے قتل کرا دیا. اب یہ ہے وجیہہ یوسف کا باپ. یہ بندہ پریس رپورٹر تھا اور اس بندے کی پوری جو ہسٹری ہے وہ یہی ہے کہ یہ بندہ باقاعدہ طور کے اوپر جماعت قادیانی کی جو عورتیں تھیں جن کے ساتھ جماعت کے بڑے عہدیداران زیادتی کرتے تھے، یہ وکیل بھی تھا اور پریس رپورٹر بھی تھا. یہ ان کے کیس لیتا تھا اور انہیں انصاف دلانے کی کوشش کرتا تھا اور یہ مسلمان ہو چکا تھا. وجیہہ یوسف کا جو باپ ہے یعنی احمد یوسف. اب اس کے ساتھ کیا کیا؟ اسی جماعت احمدیہ نے جس دن احمد یوسف کو قتل کیا ربوہ میں ہر جگہ پہ کیمرے موجود ہیں. جس دن احمد یوسف کے گھر میں انہوں نے ریڈ کی، جو ان کی اپنی پولیس ہے ربوے کی، انہوں نے جب ریڈ کی اور ریڈ کر کے احمد یوسف کو قتل کیا اور قتل کرنے کے بعد جب انہوں نے کہا جی کہ یہاں پہ تو کیمرے لگے، انہوں نے کہا جی کیمرے تو چل ہی نہیں تھے رہے، یعنی کہ 1 کیمرہ 2 کیمرے یعنی کہ کوئی بھی کیمرہ چل ہی نہیں رہا تھا. یہ ہے جی جماعت احمدیہ کا اصل چہرہ.
اور یہ جب ہم لوگوں کو دکھاتے ہیں تو یہ کہتے ہیں جی مولوی ہم پہ ظلم کر رہے ہیں، مسلمان تو ہمیں پاکستان میں جینے نہیں دے رہے، پاکستان میں تو ہم کچھ بھی نہیں کر سکتے، ہم تو جناب یہ نہیں کر سکتے۔ حتیٰ کہ پاکستان، میرے پاس وہ بھی ویڈیو موجود ہیں کہ جہاں پہ پاکستان میں مسلمانوں کے قبرستان میں قادیانیوں نے اپنے بندے دفنائے کس طریقے سے؟ اسلحے کے زور پہ۔ وہاں پہ پسٹل موجود ہے، گنے موجود ہیں، وہ جماعت احمدیہ کے لوگ ہیں۔ بس یورپ میں انہوں نے صرف اور صرف اس قسم کی یہ چیزیں سینڈ کرنی ہوتی ہیں کہ جناب عید الاضحیٰ پہ ہمیں قربانی کرنے کا بھی حق نہیں ہے، ہمارے تو انہوں نے جناب جی وہ بندے جو ان سے ہیں وہ اندر کر دیے ہیں، ہمارے بندے یہ بھی پاکستان میں جو آپ کو حق ملا، یہ تو ایسا ہی ہو گیا کہ میں اب جرمن میں ہوں، جرمن میں جاتا ہوں ایک بینک لوٹنے کے لیے، بینک ڈکیتی کرتا ہوں میں، اور پولیس آ کے مجھے پکڑ لیتی ہے تو میں باہر نکل کے شور ڈال دوں دیکھیں جی میں مسلمان ہوں تو مجھے پولیس نے پکڑ لیا۔ پکڑا انہوں نے اس وجہ سے نہیں ہے کہ میں مسلمان ہوں یا میں نے داڑھی رکھی ہے یا میرا نام محمد ہے، نہیں، پکڑا انہوں نے میرے جرم پہ ہے کہ میں نے ڈکیتی کی ہے، میں نے چوری کی ہے۔ یہی سارا مسئلہ، یہی سارے معاملات جماعت احمدیہ کے لوگوں کے ہیں، یہی سارے معاملات جماعت احمدیہ کے وہ تمام بڑے بڑے عہدیداران ان کے ہیں کہ یہ کہتے ہیں کہ ہم پاکستان میں انتشار بھی پھیلائیں، پاکستان میں قتل و غارت بھی کریں، پاکستان میں جو قرآن ہے اس کی ہم تعریف کریں، اور مسلمان چپ کر کے بیٹھے رہیں۔ ہم سرکار علیہ الصلوۃ والسلام کے بارے میں، پروفٹ کے بارے میں ہم اس طرح کے الفاظ بولیں اور مسلمان بس چپ کر کے بیٹھے رہیں، بھائی یہ ہم نہیں کر سکتے۔ یہ چہرہ آپ کا یورپ، انگلینڈ، امریکہ، کینیڈا والوں کو تو نہیں پتا ہوگا، ہمیں آپ کا بڑے اچھے طریقے سے پتا ہے۔ اور سب سے بڑی بات کہ یہ بندے جو لو فار آل اور ہیٹڈ فار نن کے نعرے لگاتے ہیں اور کہتے ہیں کہ ہماری جماعت کے آگے تو کوئی ٹک نہیں سکتا، یہ دیکھیں جی انہی کی جماعت کا ایک بندہ باقاعدہ طور کے اوپر، یہ ربوے میں اس نے، امریکہ سے وہ بندہ آیا اور باقاعدہ طور کے اوپر اس نے وہ لکھا کہ لعنت اللہ علی الکاذبین، نامنظور جماعتی دفاتر کا جھوٹ، ناانصافی اور گنڈا گردی، یہ ہے جی اصل جماعت احمدیہ کا چہرہ۔ ہمیں کہتے ہیں جی مسلمان یہ کر رہے ہیں، مسلمان وہ کر رہے ہیں، مسلمانوں نے جناب جی ہمیں، ہماری بچیوں کو، آپ پاکستان میں جو مرضی کریں، آپ جو مرضی آپ کرتے ہیں وہ آپ کا اور قانون کا مسئلہ ہے۔ جب آپ آتے ہیں دین کے اوپر، اسلام کے اوپر، کوئی بندہ بھی، کوئی بھی مسلمان ہے وہ چپ نہیں کرے گا، چاہے وہ مولوی ہو، چاہے وہ داڑھی والا ہو، چاہے وہ بغیر داڑھی والا ہو، چاہے وہ قاری نہ ہو، چاہے وہ قاری ہو، چاہے وہ عالم ہو یا غیر عالم ہو، جو بھی دین کے ساتھ مذاق کرے گا اس کو پوچھیں گے، چاہے وہ قانون نافذ کرنے والے ادارے پوچھیں یا ان کو کوئی مسلمان پوچھے۔ اب یہ کہتے ہیں کہ ہم پاکستان میں رہ کے جناب وہ سارے معاملات بھی کریں اور مسلمان ہم بس چپ کر کے تماشا دیکھتے رہیں، یہ ہم نہیں کر سکتے۔ اور یہ بس یہ جو یہ بنا کے بیچتے ہیں یہاں پہ یورپ میں، اور باقاعدہ طور کے اوپر یہ جو کل انہوں نے 13/7/2023 باقاعدہ طور کے اوپر ڈی ایس پی مولا بخش، میں اس کا نام لے رہا ہوں، ٹھیک ہے، ڈی ایس پی مولا بخش اس میٹنگ میں موجود تھا، اور ملک عامر ایڈوکیٹ جو ان کی قانون کی جو پہلے پاسداری ساری کرتا تھا، ان کے اوپر جو ایف آئی آر یا جو سارے معاملات ہوتے تھے، اس بندے نے ایک مسلمان کے ساتھ ایسا حرکت کی کہ وہ بندہ دوسرے طریقے سے اس کو ملا، تو یہ بندہ ود فیملی کے ساتھ، جماعت احمدیہ نے اس کا سارا وہ خرچہ بھرا، خرچہ بھر کے اس بندے کا جناب جی 3 دن پہلے اس کو یو کے بلا لیا، صرف 2 دن کے اندر، صرف 2 دن کے اندر جماعت احمدیہ نے اس کو یو کے بلا لیا ود فیملی، لاکھوں کروڑوں روپیہ
صرف اور صرف اسی کام پہ لگ رہا ہے کہ وہ فلانے زانی کو ہم نے چھڑانا ہے، فلانے بدکار کو ہم نے چھڑانا ہے، کیونکہ جماعت میں تو رجولیت کا کام ہی بہت زیادہ ہے۔ ماؤں بہنوں کے ساتھ ان کی زنا کرتے ہیں، یہ اپنی بیٹیوں کے ساتھ زنا کرتے ہیں۔ لقمان جو ہے ندا النصر کا باپ، وہ اپنی بیٹی کے ساتھ زنا کرتا رہا ہے۔ مرزا بشیر الدین محمود، وہ اپنی بیٹی کے ساتھ خود بھی زنا کرتا تھا اور لوگوں سے بھی کرواتا تھا۔ مفتی صاحب کوئی غلطی کوتاہی ہوگی ہو تو معافی، آگے آپ کی ہے۔ جی جزاک اللہ۔ اچھا یہاں سے ہی آگے پھر کنٹینیو میں کرتا ہوں۔ ابھی بات کر رہے تھے یہ کیا نام، ملک آپ ذرا بات کرو، میں آ رہا ہوں 2 منٹ۔ جی جی، السلام علیکم کاشف بھائی۔ جی وعلیکم السلام ورحمۃ اللہ وبرکاتہ۔ یہ پریس ریلیز آئی ہے جی کوئی 13 تاریخ کی، کل کی۔ جی یہ ابھی ریلیز انہوں نے نہیں تھی کی، میں نے کر دی ہے۔ اچھا آپ نے ریلیز، اچھا ان کی پریس ہے، ریلیز آپ نے کی ہے؟ جی کیونکہ اچھا ابھی جی ملک میں نے نا وہ ٹک ٹاک والے گروپ کے اندر کچھ سکرین شاٹ آپ کو سینڈ کیے ہیں۔ جی بہتر۔ آپ ذرا سب سے پہلے وہ لگائیے گا، یہ جو لیٹر ہے نا احمدیہ کمیونٹی والا جو لیٹر ہے، اس کو ذرا آپ لگائیے اور بڑا کر کے دکھائیے۔ جی یہ اچھا یہ ہوا یہ تھا کہ یہ آپ کو پتہ ہے کہ 28 مئی گڑھی شاہو لاہور کے اندر قادیانیوں کے مردواڑے کے اوپر کلاشن کوفیں لے کے لوگوں نے حملہ کیا تھا، اور ان کے تقریباً 86 قادیانی واصل جہنم ہوئے تھے۔ تو انہوں نے پھر وہ پوری دنیا کے اندر شور مچایا تھا، اتنا شور مچایا کہ دیکھو جی یہ مسلمان دہشت گرد ہیں، پاکستان کے اندر ہمارے اوپر ظلم ستم، اور جناب یہ پاکستانی مسلمان جو ہیں یہ ظالم جابر، اور یہاں کے حکمران ظالم جابر، فرعون، نمرود، شداد اور پتہ نہیں کیا کیا انہوں نے پوری دنیا کے اندر بدنام کیا نا۔ مسلمانوں کا جو چہرہ تھا، اسلام کا چہرہ، اور پاکستان بالخصوص پاکستانیوں کا جو چہرہ تھا نا، وہ انہوں نے مسخ کرنے کی بھرپور کوشش کی، اور پوری دنیا سے انہوں نے مراعات حاصل کی اور سستی شہرت بڑی اکٹھی کی، بھائی بڑی سمیٹی، اور آج تک یہ سستی شہرت سمیٹ رہے ہیں صرف اس ایک واقعہ کو جناب سپورٹ بنا کے کہ ہمارے اوپر ہماری عبادت گاہ میں 86 بندوں کو قتل کر دیا، خون پانی کی طرح بہایا گیا، یہ ہو گیا وہ ہو گیا۔ اب جناب کھودیا پہاڑ تے نکلیا چوہا، وہ کہتے ہیں نا کہ دیکھا جو میں نے تیر کھا کے کمین گاہ کی طرف، تو اپنے ہی دوستوں سے ملاقات ہو گئی کہ وہ سارے کرتے دھرتے یہ اپنے خود ہی تھے، یہ قادیانی ہی تھے۔ یہ ایک لیٹر جاری کرتے ہیں سلیم الدین سابق ناظر امور عامہ ابن رشید الدین کے بارے میں۔ یہ لندن سے یہ جناب لیٹر جاری ہوتا ہے۔ مکرم و محترم امیر صاحب جماعت احمدیہ سرکلر نمبر 533، السلام علیکم ورحمۃ اللہ وبرکاتہ۔ برائے مہربانی احباب جماعت میں اس کا اعلان کرا دیں، جزاک اللہ احسن الجزا۔ لندن مرکز نے سلیم الدین صاحب ناظر امور عامہ ابن رشید الدین کا بوجہ امور اخراج از نظام جماعت کر دیا ہے۔ وجہ کیا بتائیے جی، ذرا سن لیجئے۔ نمبر 1،
28 मई गढ़ी शाहू और मॉडल टाउन में 86 अहमदियों की शहादत, दहशत गर्दों की माली मुआवनत और रहनुमाई। नंबर 2, शोहदाए लाहौर के कोटा पर गैरत जमात अफराद को बैरून मुल्क भेजा गया। नंबर 3, माली बदनवानी बेबस मजबूर अहमदी खवातीन की असमत दरी। नंबर 4, खलीफा वक़्त के फ़ैसलों से इन्हिराफ। तमाम अहबाबे हल्का जात और जमातों में इसका ऐलान करवा दें। जमाती ग्रुपों में मुरब्बियान और ओहदादारान को इस अहम ऐलान से आगाह कर दें। नज़ारत अमूर अमा रवानगी 9867 MB वसलाम खाकसार बला बला बला। देख लिया आपने ये जनाब, ये है वो लव फॉर ऑल हेटेड फॉर नन। ये वो ड्रामेबाज कौम है कि खुद दहशत गर्द, सबसे बड़े ये पूरी वर्ल्ड के अंदर दहशत गर्द और मकरू चेहरे वाले लोग ये खुद हैं, ठीक है। और इन्होंने जनाब मुसलमानों का लिबादा ओढ़ा, इस्लाम का लिबादा ओढ़ा और इस्लाम को भरपूर बदनाम करने की इन्होंने कोई कसर बाकी नहीं छोड़ी। जहाँ पर इनको मौका मिलता है ना, बस ये चढ़ दौड़ते हैं इस्लाम के ऊपर, ठीक है ना। तो ये इस्लाम के ख़िलाफ़ बोलना और जनाब प्रोपेगेंडा करना ये इनका पुराना वतीरा है। और ये वतीरा इन्होंने लिया है जनाब मिर्ज़ा कादियानी से, ठीक है ना। ये कोई आज की बात नहीं, ये कोई नवी और नोखी बात नहीं है कोई, ये बड़ी पुरानी बात हो गई है। तो मिर्ज़ा कादियानी असल में वो भी इस्लाम के ख़िलाफ़ प्रोपेगेंडा किया करता था और इस्लाम के ख़िलाफ़ ही वो महाज अरा रहा पूरी ज़िंदगी। तो आज तक ये इनके खलीफे, इनके तमाम मुरब्बियान और इनकी पूरी जमात और इनका पूरा कल्ट जो है ना, उसी रवश के ऊपर गामजन है कि जनाब वो सारा आप लोगों के सामने है, ठीक है ना। ये जो नारा है ना, ये जो बाबों का खुदा कोई और, किताबों का खुदा कोई और, यानी मिर्ज़ा जूनियर जेलमी ने ये एक शेर जो बोला है, यही नारा असल में लगाया था मिर्ज़ा कादियानी ने सबसे पहले। और ये समझ लें कि इस्लाम दुश्मनी पर मबनी ये नारा है कि मुसलमानों के जो बुजुर्गवार थे, जो असलाफ थे, वो तो मुसलमान ही नहीं थे, यानी वो तो मुशरिकीन थे। तो ये यानी ये नारा असल में मिर्ज़ा कादियानी का लगाया हुआ था, जो आज मिर्ज़ा जूनियर जेलमी भी इस नारे को लगा रहा है। अच्छा, यहाँ पर आगे थोड़ी सी बात चलाते हैं। मलक भाई काफ़ी हवाला जात दे रहे थे इनकी रंडीबाजी के ऊपर, बच्चेबाजी के ऊपर और लबातत के ऊपर। तो यहाँ मलक भाई कुछ और भी हवाला जात मैंने सेंड किए, वो ज़रा लगा दीजिएगा, क्योंकि उसके ऊपर ये सबसे पहले तो वो किताब का टाइटल दिखाइए, मिरकातु यकीन, फिर उससे अगला सफ़ा जो है ना, सफ़ा नंबर 80, फिर वो लगाना है आपने। जी, ये किताब है, किताब नोट कर लीजिए, तस्वीर इसकी खींच के अपने पास रख लें। अगले भी हवाले जो आएंगे उनकी तस्वीरें आपके पास होनी चाहिए जब भी कादियानियों से कोई बात हो, तो फिर ताकि ये हवाला जात देने में आसानी रहे। अच्छा, अगला सफ़ा अब लगाइएगा जी। ये देखिए, ये सफ़ा नंबर है जनाबे मन 50 नंबर सफ़ा है। ज़रा आप देखिएगा कि 80 सफ़ा नंबर 80, सॉरी। तो ये देखिएगा कि वो कहते ने ना पंजाबी च तंद नहीं तानियों ही पैड़ी है, यानी ये उस्ताद थे, ये हकीम नूरुद्दीन उस्ताद था
اور حکیم نورالدین کا تھوڑا سا تعارف میں یہ کروا دوں کہ یہ سمجھ لیں یہ وہی بندہ ہے مرکزی کہ جس نے مرزا قادیانی کو دعوی مسیحیت کے اوپر ابھارا تھا اور مجبور کیا اور دعوت دی تھی کہ تم نا اب دعوی مسیحیت کر دو، تو اس کے بعد مرزا قادیانی نے کہا تھا کہ میں مسیح موعود ہوں۔ پھر یہ کہ قادیانیوں کا جو سب سے پہلا مدرسہ بنا تھا نا، اس مدرسے کا استاد بھی یہی ہے، حکیم نورالدین، ٹھیک ہے۔ اب اس مدرسے کے ایک طالب علم جو سب سے پہلا مدرسہ تھا یعنی قادیانیوں کا، تو اس مدرسے کا ایک طالب علم، اس کو ایک لڑکے سے عشق ہو گیا، پیار ہو گیا، لو ہو گیا۔ اب یقینی سی بات ہے، آپ سمجھ سکتے ہیں کہ عشق پیار محبت کسی لڑکے سے، اس کو لواطت کہتے ہیں، ہم جنس پرستی کہتے ہیں، اس کے اور بھی بڑے نام ہیں، وہ میں ابھی تھوڑی دیر بعد عرض کرتا ہوں۔ تو بہرحال وہ پیار ہو گیا ہے، تو وہ آ کے سب سے پہلے اپنے استاد کو کہتا ہے، جی استاد جی مجھے ایک لڑکے کے اوپر عشق ہو گیا۔ اب استاد اس کو اس لڑکے کے پاس لے جاتا ہے اور اس لڑکے کی سیٹنگ اس لڑکے کے ساتھ کروا دیتا ہے۔ تو یہ سارا واقعہ یہاں پہ لکھا ہے، میں آپ کو ابھی پڑھ کے سناتا ہوں۔ پہلے یہ واقعہ سن لیجیے تو پھر میں اس کے اوپر تبصرہ شامل کرتا ہوں۔ دوسری بات جو رامپور میں بڑی عجیب نظر آئی یہ تھی کہ ایک طالب علم میرے دوست تھے، وہ پڑھنے میں کچھ سست ہو گئے، میں نے ان سے وجہ دریافت کی تو کہا کہ میں ایک حسین لڑکے پر عاشق ہو گیا ہوں، بدوں اس کے دیکھے دل بےتاب رہتا ہے۔ یا ڈبل ٹیپ کرو یار، شیئر کرو یار، کی کر دے ہو پہ یار، چپ کر کے بیٹھے ہو، لائیو اگے جانی چاہیے، لائیو اگے جانی چاہیے، جلدی شیئرنگ کرو۔ اچھا، بدوں اس کے دیکھے دل بےتاب رہتا ہے اور اس کی ملاقات کسی طرح میسر نہیں ہو سکتی۔ ڈبل ٹیپ کرو، ڈبل ٹیپ، دل آنے چاہیے نے، دل کو نہیں ہوندے پہ، جلدی جلدی ڈبل ٹیپ کرو یار، اننے بندے بیٹھے ہو تسی منہ چکے، ایک دل آیا ہے صرف، کی کر دیو پہ یار، ڈبل ٹیپ کرو جلدی جی، میں اگے گل نہیں ودانی ہے، نہیں تے ایتھے روک دینا کام، دوڑا لا دیو، دوڑا لا دیو، ڈبل ٹیپ کرو جلدی کرو۔ اچھا جی، اچھا پھر آگے کہتے ہیں اس لیے بدوں اس کے دل بےتاب رہتا ہے اور اس کے ملاقات کسی طرح میسر نہیں ہو سکتی، اس لیے پڑھا نہیں جاتا۔ میں یہ سن کر بہت دلیری کر کے اٹھا اور اس لڑکے کے پاس چلا گیا، اپنے دوست کو بھی ہمراہ لے گیا اور اس لڑکے سے کہا کہ یہ ہمارے دوست ہیں، آپ پر عاشق ہو گئے ہیں، اس لیے ان سے پڑھنے میں محنت نہیں ہوتی اور میری یہ خواہش ہے کہ ان کے پڑھنے کا حرج نہ ہو، لہٰذا میں ان کی سفارش کرتا ہوں کہ یہ عصر کے بعد آپ کے پاس آ جایا کریں گے اور شام تک آپ کی دکان پر بیٹھ کر مغرب کے وقت، اگلا صفحہ بھائی، اگلا صفحہ بھائی، ہیلو، وقت اٹھ کر چلے جایا کریں گے۔ آپ میری سفارش سے اس بات کو منظور کر لیں۔ میری اس جرت پر اس شریف لڑکے کو بڑا ہی تعجب ہوا اور پھر کہا کہ بہت اچھا، آ جایا کریں۔ اس سے معلوم ہوا کہ جو شخص للہ فی اللہ کام کرتا ہے اللہ تعالیٰ اس پر ضرور برکت دیتا ہے۔ ایک دفعہ لعنت ڈال دیں بھائی، لکھ دی لعنت بھائی۔ اچھا جی، گزارش یہ یار، پھر ڈبل ٹیپ کرو یار، یہ تسی چپ کر کے کیوں بیٹھے ہو بھائی، ڈبل ٹیپ کرو جلدی کرو۔ تے کڑیاں دا کوئی مجرا لگا ہوندا تے تساں میں ڈبل ٹیپاں نپ کے رکھنیاں سن جدوں منجی۔ السلام علیکم استاد محترم۔ جی وعلیکم استاد محترم، یہ جو آپ واقعہ سنا رہے ہیں جی، اس کے بعد مولویوں کے ہاتھ مصروف ہوں گے استاد محترم؟ اور نہیں یار، اے کام انہاں قادیانیاں تے انہاں تک ہی رہن دیو، تے اسی جڑے کام کرنے نے اسی وہی کرنے نے۔ تسی لتر ہاتھ سے پھڑو نا، تسی ہور نہ کوئی پھڑیا جے ہاتھ چ، اے انہاں دا قادیانیاں دا کام ہے، ہور کچھ پھڑدے نے تے تسی صرف لتر پھڑ کے رکھو تے انہاں دی جتھے
ملن انہوں پالو لمے. اچھا جی سنیں جی آگے سنیں. گزارا یہ ہے کہ نمبر 1 وہ جو شاگرد تھا اس کو پتا تھا کہ میرا جو استاد ہے وہ بھی جو ہے نا بچے باز ہے اور ٹھرکی ہے, تو اس وجہ سے اس نے یہ شکایت جا کے استاد سے کی. حالانکہ استادوں سے اس قسم کی باتیں نہیں کی جاتی. یہ شرم و حیا والا اور یہ بڑی بے شرمی اور بڑی بغیرتی والا یہ کام ہے. اور جا کے میں اگر اپنے استاد کو اس طرح کی بات کروں گا, وہ انہیں تو پا لینا لمے, انہیں کہنا ہے تو کیڑے کام چ پی گیا اتریا. ہاں جی اس نے تو صحیح کی نا مرمت کر دینی ہے. لیکن نہیں, یہ تھا قادیانی شاگرد اور قادیانی استاد, اور قادیانیوں کا پہلا خلیفہ حکیم نور الدین. تو وہ شاگرد وہ اس کو پتا تھا کہ یہ میرا استاد جو ہے بچے باز ہے اور یہ ان چیزوں کا شوقین ہے. اس وجہ سے یہ اپنا اس نے مسئلہ جا کے ڈائریکٹ اپنے استاد کو بتایا. اب استاد بھی بڑا جناب باحیا تھا, بڑا غیرت مند, اور غیرت اس کے گھر سے ہی نکلتی تھی. اس نے کہا اوہو ٹینشن کیوں لینا ہے پیا میرا پتر, آ جا چل میرے نال ٹر, چل نال. اب وہ جا کے اس کو جا کے سمجھاتا ہے کہ تیرے اتنے عاشق ہو گئے ہیں. وہ دکان کلفیاں دی دکان سی جی, دکان کلفیاں دی سی. وہ آندا پیا کہ تو جڑا ہے کیوں نہیں یہ ٹائم دینا, میں بھی تیرے کو ٹائم لینا وا نا, تینوں بھی ٹائم دے دیا کر. وہ بھائی انہیں وہ جا کے ذہن بنایا, انہیں ذہن بن گئے. انہیں کہا ٹھیک ہے. انہیں پہلے اتوں لے کے تھلے تک یہ ویکھیا, یہ داڑھی ویکھی سوں کہ 2 فوٹے کی داڑھی ہے دھنی, تے تھلے جا کے دی داڑھی لگ رہی ہے پئی, تے قبر چ دیاں لتاں نے, تے شوق انہیں ویکھو کہیں دے پالے نے. انہیں اتوں لے کے تھلوں تک ویکھے. انہیں پھر کیا چل ٹھیک ہے یار تو ہے تے قادیانی ہوں, تینوں انکار تو نہیں کر سکتا نا میں. اچھا یہ ہے. اچھا یہاں پر مجھے ایک اور چیز بیان کرنی ہے, وہ یہ ہے کہ کتاب کا نام ہے الفردوس بمعصور الخطاب, اور الجزء الثانی ہے دار الکتب العلمیہ, ٹھیک ہے, بیروت, صفحہ نمبر 315 کے اوپر ایک حدیث ہے 3425. فرماتے ہیں سیکون فی آخر زمانی اقوام, کہ ان قریب قیامت کے قرب میں کچھ قومیں ایسی ظاہر ہوں گی, یقال لہم اللواتیون, اور ان کو لوگ لوتی کہیں گے. لوتی یعنی حضرت لوط علیہ السلام جو کہ نبی ہیں, ان کی قوم جو تھی وہ جو کام کرتی تھی یعنی ہم جنس پرستی, لڑکا لڑکے کے ساتھ, لڑکی لڑکی کے ساتھ, تو ان کو کہتے ہیں لواتت یعنی لوتی عمل. تو یہ اسی کی طرف اشارہ ہے کہ ان قریب ایک قرب قیامت میں کچھ قومیں ایسی ظاہر ہوں گی جن کو لوتی لوگ کہیں گے. علی ثلاثۃ اصناف, تو ان کی آگے سے 3 قسمیں ہوں گی ان لوتیوں کی. نمبر 1 فصنف, پہلی صنف ان کی یہ ہوگی کہ ینظرون ویتکلمون, کہ وہ لڑکوں کو دیکھیں گے, ان کو دیکھنے کے اندر مزہ آئے گا. امرد لڑکوں کو دیکھیں گے اور ان سے کلام کریں گے, گفتگو کرنے اور ان کو دیکھنے کے اندر ان کو چسکا پڑ جائے گا, مزہ آئے گا. تو پتہ چلا کہ یہ بھی لوتی کام ہے, یہ بھی لواتت ہی ہے کہ امردوں کو دیکھنا اور ان سے بات کرنا. آگے جی وصنفن, اور دوسری ان کی جو صنف ہوگی وہ یہ ہوگی کہ یصافحون ویعانقون, کہ وہ کیا کریں گے کہ مصافحہ کرنا اور جپھی لگانا ان کو پسند ہوگا. کہ بچوں کو جو بیرش بچے ہیں ان کے ساتھ ایسے ہاتھ ملانا اور ان سے جپھی لگانا, یہ بھی لوتیوں کی دوسری قسم ہوگی. وصنفن, اور تیسری قسم یہ ہوگی یعملون ذالک العمل, کہ وہ والے کام کریں گے جو
حضرت لوط علیہ السلام کی قوم کیا کرتی تھی، ٹھیک ہے، وہ عمل کریں گے۔ یہ تیسری قسم ہے۔ فلعنۃ اللہ علیہم، پس اللہ پاک کی لعنت ہو ان سب کے اوپر، الا مگر وہ کہ ان یتوبوا و ینوبوا، کہ جو اللہ کی طرف رجوع لائیں اور توبہ استغفار کریں۔ آپ نے دیکھا کہ یہ تین قسمیں ہیں بھائی لوتیوں کی۔ تو یہ لواطت کرتے رہے نا، یہ لوتی تھے، یہ سب قادیانیوں کے خلیفے اور ان کے مربی جو تیار ہوتے تھے، اور آج تک یہ سارے کام وہی کرتے رہے ہیں۔ تفسیر روح البیان ہے اور جلد ثالث ہے اور مطبوعہ ہے احیاء التراث العربی بیروت لبنان، اور صفحہ نمبر 197 ہے۔ اس کے اوپر لکھا ہوا ہے کہ شیطان پہلا شخص تھا جو امرد یعنی ایک بے ریش کی شکل میں آیا تھا، اور وہ آ کے نا اس نے اپنے آپ کو پیش کیا کہ میرے ساتھ تم غلط کاری کرو۔ یہ پہلا وہ شیطان تھا، ابلیس تھا، ٹھیک ہے نا۔ ذالک الفعل ابلیس یہ فی صورت شاب، ٹھیک ہے نا۔ تو وہ ایک نوجوان کی شکل کے اندر آتا ہے اور آ کے اپنے آپ کو پھر ثم اعمال ذالک العمل بکل ما وارد علیہم، اچھا پھر وہ سارے مل کے نا اس کے ساتھ وہ بدفعلی کرتے ہیں، بدکاری کرتے ہیں۔ تو یہ ساری تفصیلات لکھی ہوئی ہیں، آپ پڑھ لیجیے گا۔ تو یہ ہے وہ بھائی۔ اچھا یہاں پر اگر ویکیپیڈیا کے اوپر جائیں آپ اور وہاں امرد پرستی لکھیں آپ، تو یہ لکھتے ہیں کہ امرد پرستی انگریزی کے اندر پریڈریسٹری کہتے ہیں۔ ایک جوان مرد اور ایک نوجوان لڑکے یعنی امرد جو بلوغت کی عمر کو نہ پہنچنے والا ہو کے درمیان ایک ہم جنس پرستانہ تعلق بالعموم شہوانی ہے۔ پھر آگے کہتے ہیں کہ اس کا مطلب ہوتا ہے کہ لڑکوں سے پیار کرنا۔ ہاں، یہ امرد پرستی یا ہم جنس پرستی کا وہ آگے ترجمہ بھی لکھا ہوا ہے کہ لڑکوں سے پیار کرنا۔ اور آگے جا کے وہ لکھتے ہیں کہ دو جوان مردوں کے درمیان لفظ ہم جنس پرستی یعنی ہومو سیکسویلٹی کے مترادف کے طور پر استعمال ہوتا رہا ہے۔ آگے پوری وہ تفصیلات لکھی، آپ وہاں ویکیپیڈیا پہ جا کے دیکھ سکتے ہیں۔ تو یہ کوئی نئی بات نہیں ہے ان کے لیے، یہاں کے بڑی کوئی انوکھی سی بات ہو جی۔ ابھی یہ جو ملک بھائی نے اتنی محنت سے اور کاوش سے یہ چیزیں پیش کر رہے تھے، وہ بھائی یہ تو چھوٹی جی چیز ہے، کوئی معمولی جیمی ہتھاں دی میل جنہوں کہتے ہیں، ہتھاں دی میل، ان کے نزدیک کیا یہ چیزیں کیا ہم جنس پرستی کرنا، چھوٹی چھوٹی بچیوں کے ساتھ منہ کالے کرنے، اپنی بیٹی کے ساتھ منہ کالا کرنا۔ وہ ندا الناصر کے بارے میں ابھی بتا رہے تھے، ہاں جی، وہ بچی اب اس کا وہ باپ اس کے ساتھ وہ غلط کاری کرتا رہا ہے 1 سال کی عمر میں۔ یہ تصویر ذرا دکھانا یار۔ جی ایک منٹ میں دکھانا۔ تصویر اب یہ دیکھیے، اس کا باپ 1 سال کی عمر میں اس کے ساتھ یہ شہوانی معاملات کرتا ہے۔ یہ دیکھیں چھوٹی سی ہے، یہ ندا الناصر کی بچپن کی تصویریں ہیں کچھ۔ اب دیکھیے ذرا، وہ کہتی ہے کہ یہ جو ہے نا، یہ مجھے یوز کرتا رہا ہے میرا باپ مجھے، ٹھیک ہے نا۔ پھر خلیفہ مسرور بھی یوز کرتا رہا ہے، جی خلیفہ مسرور بھی یوز کرتا رہا ہے، ہاں جی۔ یہ ہے وہ، یہ ندا کی موجودہ تصویر، ہاں جی، ہے تو ویسے سونی، صحیح ہے۔ ہاں یہ دیکھیں، یہ کم ویخ لو یہ پیو دے، جی وہ پیو دے نال زنا کاری کرتا رہا جی، ویخ لو باندر جہا نہ ہوئے جی۔
तो गुजारा ये है मियाँ कि ये चीज़ें तो कुछ भी नहीं है, कुछ भी नहीं है। कादियानियों का जो दूसरा खलीफा था बशीरुद्दीन महमूद, जिसको खलीफा ज़नी कहते हैं, उसने अपनी बेटी के साथ नहीं वो जनाकारी की है, जनाकारी वो करता है वो तो। अच्छा वो मेहता साहब कहते, पहले तो मेहता साहब को उसने भेजा ना जी, मेहता जी तुसी जाओ जरा अज लज्जत ते लवो, तुहानू चस्का आएगा, मज़ा आएगा। उन्हें क्या किधर भेजन लग्या, उन्हें क्या मेरी कुड़ी है उत्थे लेटी आ, जाके गेम शुरू कर तू, मैं भी आ रहा। मेहता आंदा है कि मैं अजे अंदर वड़िया ही हाँ ते बिस्तरे दे विच इंज लत्तां वाड़ियां ने ते दूजी साइड तो आके बशीरुद्दीन महमूद भी वड़ गए चैल ते असीं दोवां ने रल के गेम कीती है। हेलो ए जे सारी, मैं भी ये खोलन नहीं लगा सा किताब तो उन्हें बहा दी है। और वो चार पाई वाली बहाइयो जरा सफ़ा पीछे कर, पीछे कर जी जी पिछला सब। किताब का नाम है जी रूहानी शिकारगाह। और ये देखिए वो चारपाई बाकायदा तौर पे चारपाई का वो बनाया हुआ है जी। और वो बता रहा है कि किधर, मैं एक मिनट मैं अपने को जरा यार इथों पटारी खोल लवां ते मैं तुहानू हुणे बहाना वा, ठीक है जी। हेलो हेलो करी सफ़ा वड्डा यार। अच्छा ए वेखो जी, ए चार पाई ए वेखो, ए चार पाई जे, ए वेखो इधर वेखो, पहले तो देख लो ना। अच्छा वो हुण आंदा की आंदा है जनाब सैकटरी साहब, इत्थे ए सुनो यार, जनाब सैकटरी साहब होशियार बाश, जागते रहिए, नज़ारा जलवा करीब आ रहा है, दिल मजबूत कर लीजिए, होशो हवास कायम रखिएगा। कादियान के अवाम हमारी इस ख़ानदान से वाबस्तगी चोली दामन का साथ समझते थे। एक दिन होता क्या है गौर फरमाइएगा। हज़रत खलीफा सानी हुक्म फरमाते हैं, इशा के बाद उम्मे ताहिर के सहन वाली सीढ़ियों की तरफ से आना। चुनाचे हाज़िर होकर दस्तक दी, हजूर खुद दरवाज़ा खोल कर अपने साथ सहन में ले गए। क्या देखता हूँ कि दो बड़ी चारपाइयाँ हैं जिन पर बिस्तर लगे हैं, जिनकी पोजीशन यूँ थी। सरहाना शमाल मगरब रुख वाली चारपाई के पास ले जाकर इस पर बैठने का हुक्म दिया तो दूसरी पर हजूर लेट गए। मकामे खलीफा के तकद्दुस के ख्याल से कभी बराबरी में बैठने का वहम व ख्याल भी ना होता था। इसी शशो पंज में हैरान परेशान खड़ा बुत बना रहा। इलाही क्या शामत अमाल है, मुसीबत आने वाली है कि इतने में हजूर तशरीफ़ लाए। पकड़ कर बैठाते हुए फरमाया कि फ़िक्र ना करो, शर्माओ नहीं। जिसके चंद ही सेकंड बाद चारपाई पर बिछी चादर के नीचे से कुछ हरकत मालूम हुई। सुकड़ा संभला के एक चुटकी पीठ पर कटती है। घबराया होशोवास गुम ही थे कि अब चादर के नीचे से कोई ज़रा ज़्यादा हिलता मालूम हुआ। दरअसल करवट ली गई थी। करवट लेते फिर दो चार चुटकियाँ कटती हैं। मैं फिर भी सुमन बुकमन बना बैठा था कि फिर हजूर आए। शर्माओ नहीं, लेट जाओ फरमाते चादर के अंदर मुंह करके इस साहिबा से कुछ कहा, जिसने निसफ उठते हुए अपने बाजू मेरे कमर के गिर्द हमायल करते खींचकर अपने ऊपर लटा लिया। इस खींचने के नतीजे में सर हाथ अचानक जो इस जिसमें नफीस से आए हुए। यार छड़ दे गल्लां, इत्थे ते मून मौलवी की करन यार। मलक मंजी कुट के फड़ मंजी है कोई होर दा बड़ नहीं। काजो भाई नु कहो जरा इन्ने ना वो जड़ा की करना है स्टीयरिंग कहंदे ने। हाँ जी हाँ जी अच्छा है ते अभी चस्कोरा इनू बड़ा मजा आता है अज दी गल्लां च। अच्छा म्यूट लाया था उन्होंने। आहो
अच्छा, सुन के टुन होया है। अच्छा जी, इस जिस्म नफीस से लगे तो हैरानी हुई कि मोहतरमा अलफ नंगी पड़ी हैं। उधर मैं बेहिस्सो हरकत पत्थर बना पड़ा था। मुझे इल्म ना हो सका किस वक़्त मेरे भी कपड़े उतार फेंके और कैसे पूरी तरह अपने ऊपर लटाने लगीं, बदमस्ती की शरारतें करने। आखिर जीत उनकी हुई हार मेरी। गोया इन अनट्रेंड को ट्रेंड करके मुस्तकिल मिंबर सिरे रूहानी, ये नाम मेरा दिया हुआ है, का एजाज़ बख्शा गया। हाँ, ये साहबा आखिर कौन थीं? आप जुस्तजू तो ज़रूर कर रहे होंगे, लेकिन फ़िलहाल बग़ैर नाम बताए इतना अर्ज़ किए देता हूँ कि वो साहिबा हजूर खलीफा जानी की बेटी साहिबा थीं। बस फिर क्या था, पाँचों घी में सर कड़ाही में वाला मामला। आए दिन बुलाए दिन हो या रात, दफ्तर या चौकीदार की गो पहले भी रोक टोक ना थी, मगर अब तो बिल्कुल ही ख़त्म। सीधे ऊपर यानी कुंडी ना खड़का सोनिया, सीधा ही ऊपर आ। बेटियों से बढ़ते अब बेगमात के पेश होने। चलो, उन्हें माँ बेटी दोवें फसा लियां। भाई वाह महेता, तू चंगा रले भाई। ਉਹਦੀ माँ भी फसा ली सू, कुड़ी भी फसा ली सू। सही कहता है, अब बेटियों से बढ़ते अब बेगमात के पेश होने या किए जाने लगे। फिर पहले पहल तो घरों में, फिर कसरे खिलाफत के कमरा मुलहिका बाथरूम में, जो दरअसल मुस्तकिल दादो ऐश के रंग रलियों के लिए मखसूस फरमाया हुआ था, जहाँ बैक वक़्त एक ही बेटी या बेगम साहबा से खुद भी अक्सर शरीके रंग रलियाँ हो जाते। गोया तीनों एक ही चारपाई पर पड़े महवे मस्तियाँ होते। मोहतरम सेक्रेटरी साहब, अमूरे अम्मा, इस्लाम में पर्दा का हुक्म सख्त बताया जाता है, लेकिन यहाँ देखते हैं आपका अमूरे अम्मा खलीफा के इस पर्दा ज़ादों पर क्या नोटिस लेता है, कौन सी जमात से खारिज करता है। खैर, ये आपकी दर्द सरी है, नाराज़ तो नहीं हो गए? अभी तो ये इब्तिदाए इश्क है, रोता है क्या? आगे आगे देखिए होता है क्या। हाय हाय, बकौल कहावत, पा न टुरया मत्था सड़या। अभी तो सनसनी खेज जलवों की रोशनाई होनी बाकी है, लिहाजा दिल काबू में रखिए जनाब, होशियार रहें, गौर फरमाएं। एक अरसा जबकि एक बेटी से दोनों ही रंग रलियां मनाते महवे मस्तियां थे कि मुअज्जिन ने आकर नमाज की इतला दी। मुझे यूं फरमाया, तुम मज़े करते चलो, चस्के लै तू। मैं नमाज पढ़ा के आया, मैं नमाज पढ़ा कर अभी आया। चुनाचे इसी हालत में जबकि मैं शराबूर थे, वुज़ू तो दरकनार, उज़्वे तनासल को भी ना धोया, नमाज पढ़ी और सुनते नवाफल। फिर बेटी के सीने पर पड़े, घर के ऐशो इशरत हो गए। क्या खूब कहा है, तेरा दिल तो है सनम आशियाना, तुझे क्या मिलेगा नमाज में। जिस किसी ने भी ये कहा खूब बा मौका, और अगलबन इन्हीं की ज़ात मुबारक का नक्शा अल्लाह ने खिंचवाया है। मुख्तसर करने के लिए नजर। हाँ जी मुफ्ती साहब, बड़ी माजरत, मैं ना एक मैसेज तो ले आया, मैं चलना पिया, कहता जी ये किताब शादी की राह पढ़ने है। आओ वैगरा खान तू बेहतर फिक्र पढ़ लिया करो। आओ आप ही तुसी तैयार हो जाओगे, तैयारी फड़ना से बेहतरीन नुस्खा है। आओ अच्छा, ते ए दे करतूतां ने इन्हां दियां यार, चलो यार छड्डो दफा। अच्छा एक मिनट, किताब दा टाइटल ते बहावां यार, ठहर किताब का टाइटल ना किते कबो ऐसी कोई अपने को गप मारीए, इन्हां दा पता भी कोनी जे भैया। हेलो भैया जे मर्दइयों की रूहानी शिकारगाह और अब्दुल रज़ाक मेहता, ये खुद कादियानी था जिसने ये किताब लिखी है, ठीक है, ऐ किसी मौलविया ने नहीं जे लिखी। ओए मर्दइयो मर जो। अच्छा, तो ये थी कुछ करतूतें जनाब। बकाया वे लो तुसी ओही ना
ਬੰਦੇ ਸਾਡੇ ਨਾਲ ਸਹੀ ਨਹੀਂ ਹੈ ਯਾਰ, ਕਿੰਜ ਦੇ ਬੰਦੇ ਹੋ ਯਾਰ ਤੁਸੀਂ। ਉੱਥੇ ਕੁੜੀਆਂ ਦੇ ਮੁਜਰੇ ਵਹਿੰਦੇ ਹੋ ਤੇ ਮੈਂ ਨਵਾਂ 2-2 ਹਜ਼ਾਰ 3-3 ਹਜ਼ਾਰ ਸ਼ੇਅਰਿੰਗ ਹੋ ਜਾਂਦੀ ਜੇ ਤੇ ਕੋਈ 2-2 ਹਜ਼ਾਰ ਬੰਦਾ ਬਹਿ ਕੇ ਵਿਊ ਕਰ ਰਿਹਾ ਹੁੰਦਾ ਹੈ, ਤੇ ਜਦੋਂ ਕੋਈ ਅਸੀਂ ਮੈਂ ਨਵਾਂ ਮਰਜ਼ਈਆਂ ਦੀ ਬਾਜੀ ਪੇਸ਼ ਕਰਨੇ ਆ ਤੁਹਾਨੂੰ ਤੇ ਤੁਸੀਂ ਲੈਂਦੇ ਹੀ ਨਹੀਂ, ਪਤਾ ਨਹੀਂ ਕਹਿੰਦੇ ਹੋ ਯਾਰ ਤੁਸੀਂ। ਚੱਲ ਯਾਰ ਮਲਕ ਕਾਪੀ ਕਰ ਯਾਰ, ਨਾ ਹੀ ਡਬਲ ਟੈਪ ਹੋ ਰਿਹਾ, ਨਾ ਹੀ ਸ਼ੇਅਰਿੰਗ ਹੋ ਰਹੀ, ਪਤਾ ਨਹੀਂ ਕੀ ਹੈ, ਛੁੱਟੀਆਂ ਕੋਮਾਂ ਨੇ, ਇਹਨਾਂ ਨੂੰ ਜਗਾ ਕੇ ਰੱਖਿਆ ਕਰ ਮਲਕ ਕੋਈ ਥੋੜਾ ਜਿਹਾ। ਨਹੀਂ ਇਹ ਮਾਸ਼ਾਅੱਲਾ ਸਾਡੇ ਜਿਹੜੇ ਬੈਠੇ ਦੇ ਨਾ ਇਹ ਜਾਗਦੇ ਹੀ ਹੁੰਦੇ ਨੇ। ਅਸਲ ਪਤਾ ਕੀ ਹੈ, ਅਸਲ ਹੈ ਵੀ ਕਿ ਜਿਸ ਤਰੀਕੇ ਦੀ ਉਹਦਾ ਹਾਂਜੀ ਮਸਰੂਫ ਹੋ ਗਏ ਨੇ। ਹਾਂਜੀ ਅੱਛਾ ਮੁਫਤੀ ਸਾਹਿਬ ਇੱਥੇ ਮੈਂ ਇੱਕ ਛੋਟੀ ਜਿਹੀ ਇੱਕ ਹੋਰ ਵੀ ਗੱਲ ਕਰਨਾ, ਕਾਸ਼ਿਫ ਭਾਈ ਵੀ ਫਿਰ ਬੈਠੇ ਨੇ। अच्छा ये ਜਿਹੜੀ लव फॉर ऑल और हिट फॉर नन वाली जमात है ये कहती है कि जनाब अच्छा ये इन्होंने इनकी एक जो कार यानी रबवे में एक बंदा था वो कत्ल हुआ और डॉक्टर था वो आया। अच्छा डॉक्टर दिल वाला। हाँ जी वो बंदा यार मैं ना जरा मतलब मैं थोड़ा जा फिर जाना है ਤੇ ਇਧਰ ਲਵ ਫॉर ਆਲ ਹੇਟਡ ਫॉर ਨਨ ਦੀ ਇੱਕ ਝਲਕ ਮੈਂ ਥੋੜੀ ਜਿਹੀ ਕਰਾਉਣਾ ਚਾਹਨਾ। ਜੀ 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 ਹੁਕਮ ਜੋ ਹੈਲੋ ਇਹ ਹੁਣ ਬਈ ਕੁੜੀਆਂ ਤੇ ਛੋਟੇ ਬੱਚੇ ਵਗੈਰਾ ਨਾ ਅਗਰ ਲਾਈਵ ਵੇਖ ਰਹੇ ਨੇ ਤੇ ਪਰਾਂ ਹੋ ਜਾਓ, ਪਰਾਂ ਦੂਰ ਹੋ ਜਾਓ, ਛੱਡ ਦਿਓ, ਕੱਟ ਦਿਓ ਤੇ ਸੌਂ ਜਾਓ ਜਾ ਕੇ ਤੁਸੀਂ। ਬੱਚੋ तुम्हारा काम नहीं है भाई। ਬੰਦਾ ਧਰਮ ਕਿਸ ਲਈ ਕਮਾਉਂਦਾ, ਡਾਲਰ ਕਿਸੇ ਨੂੰ ਜਿਸਮ ਦੇ ਸਕੂਨ ਲਈ ਕਮਾਉਂਦਾ ਨਾ, ਦਿਮਾਗ ਜਿਸਮ ਖਾਣ ਪੀਣ ਲਈ। ਤੇ ਕਦੀ ਮਹੀਨੇ ਬਾਅਦ ਬਣਾ ਲਿਆ ਪ੍ਰੋਗਰਾਮ ਕਿਸੇ ਲੜਕੇ ਦੀ ਲੈ ਕੇ ਵੇਖ ਸਵਾਦ ਚੁੱਕ। ਮੈਂ ਵੀ ਆ ਰਿਹਾ, ਫਿਕਰ ਨਾ ਕਰ, ਪਾਕਿਸਤਾਨ ਆ ਰਿਹਾ ਮੈਂ ਦਸੰਬਰ ਦੇ ਐਂਡ ਤੇ ਜਾਂ ਜਨਵਰੀ ਚ ਆਉਂਦਾ ਪਿਆ, ਤੇਰੇ ਕੋਲ ਜ਼ਰੂਰ ਹੋ ਕੇ ਆਵਾਂਗਾ, ਫਿਕਰ ਨਾ ਕਰ। ਅਸੀਂ ਕਰਾਂਗੇ, ਤੁਹਾਨੂੰ ਦੱਸਾਂਗੇ ਕਿਵੇਂ ਲੋੜਾ ਚੂਸੀ ਦਾ ਤੇ ਕਿਵੇਂ ਲੋੜਾ ਚੁਸਵਾਈ ਦਾ। ਇਹ ਇਸ ਫੀਲਡ 'ਚ ਜਦੋਂ ਤੱਕ ਤੂੰ ਪਏਗਾ ਨਹੀਂ ਨਾ, ਜਿਸ ਤਰ੍ਹਾਂ ਕਈ ਦੇਖਿਆ ਹੋਏਗਾ ਬੱਚਿਆਂ ਨੂੰ ਆਦਤ ਨਹੀਂ ਹੁੰਦੀ ਖਾਣ ਪੀਣ ਦੀ ਨਾ, ਕੋਈ ਚੀਜ਼ ਪਸੰਦ ਕਰਦੇ ਕੋਈ ਨਹੀਂ ਕਰਦੇ, ਇਸੇ ਤਰ੍ਹਾਂ ਲੜਕੀਆਂ ਨੂੰ ਵੀ ਇਹ ਆਦਤ ਪਾਣੀ ਪੈਂਦੀ ਹੈ। ਸਮਝ ਪਾਉਂਦੀ ਜਿਸ ਤਰ੍ਹਾਂ ਤੁਸੀਂ ਟੇਸਟ ਬਣੇਗਾ ਤੁਹਾਡਾ, ਇਹਨੂੰ ਕਹਿੰਦੇ ਨੇ ਟੇਸਟ ਡਿਵੈਲਪ ਕਰਨਾ। ਤੁਹਾਨੂੰ ਪਤਾ ਬਸ ਫਲ ਨੇ ਤੁਹਾਨੂੰ ਚੰਗੇ ਨਹੀਂ ਲੱਗਦੇ, ਲੇਕਿਨ ਉਹਨਾਂ ਦੀ ਖੂਬੀਆਂ ਦੀ ਵਜ੍ਹਾ ਤੁਹਾਨੂੰ ਚੰਗੇ ਲੱਗਣ ਲੱਗ ਜਾਂਦੇ, ਖਾਂਦੇ ਆਦਤ ਪੈ ਜਾਂਦੀ। ਹੁਣ ਬਾਹਰ ਦੇ ਮੁਲਕਾਂ 'ਚ ਆਉਂਦੇ ਬਰਗਰ ਤੇ ਇਹ ਚੀਜ਼ਾਂ ਮੈਨੂੰ ਨਹੀਂ ਚੰਗੀ ਲੱਗਦੀਆਂ, ਲੇਕਿਨ ਆਹਿਸਤਾ ਮੈਕਡੋਨਲਡ ਦਾ ਇੱਕ ਬਰਗਰ ਉਹ ਅੱਛਾ ਲੱਗਣਾ। ਕਾਫੀ ਮੈਂ ਕਦੇ ਨਹੀਂ ਪੀਤੀ ਵੀ ਤਾਂ ਅੱਛਾ ਕਾਫੀ ਨਹੀਂ, ਲੇਕਿਨ ਡੰਕੀ ਨਾਲ ਦੀ ਕਾਫੀ ਹੁਣ ਅੱਛੀ ਲੱਗਣ ਲੱਗੀ। ਕਿਉਂ? ਟੇਸਟ ਡਿਵੈਲਪ ਹੋ ਜਾਂਦਾ ਇਨਸਾਨ ਦਾ ਵਕਤ ਦੇ ਨਾਲ ਨਾਲ। ਖੁਦ ਹੀ ਮੈਂ ਪਹਿਲਾਂ ਨਹੀਂ ਸੀ ਛੱਡਦਾ ਹੁੰਦਾ, ਹੁਣ ਮੈਂ ਬਹੁਤ ਹੀ ਛੱਡਦਾ ਵਾਂ। ਸਾਫ਼ ਕਰਕੇ ਗਿੱਲਾ ਕੱਪੜਾ ਫੇਰਦਾ ਵਾਂ, ਉਹਦੀ ਸਮੈਲ ਖਤਮ ਕਰਕੇ ਫਿਰ ਖੁੱਦੀ ਦੇ ਚੂਸਾ ਲਾਉਂਦਾ ਵਾਂ। ਹਰ ਇੱਕ ਦਾ ਨਹੀਂ, ਸੋਹਣੀ ਖੁੱਦੀ ਦਾ, ਉਹਦੇ ਨਾਲ ਕੁੜੀ ਗਰਮ ਹੋ ਜਾਂਦੀ, ਲੋੜਾ ਟਾਈਟ ਹੋ ਜਾਂਦਾ। ਇਸੇ ਤਰ੍ਹਾਂ ਲੋੜਾ ਵੀ ਸੋਹਣਾ ਹੋਵੇ ਨਾ ਲੋੜਾ, ਉਹਦਾ ਮੈਂ ਥੋੜ੍ਹਾ ਜਿਹਾ ਚੂਸਾ ਲਾਉਂਦਾ ਵਾਂ। ਪਤਾ ਨਹੀਂ ਲੱਗਦਾ ਕਿਉਂ ਮੇਰਾ ਮੂੰਹ ਜ਼ਰਾ ਛੋਟਾ, ਉਹ ਵੀ ਮੈਨੂੰ ਆਦਤ ਪਵਾਈ ਹੈ। ਇੱਕ ਮੁੰਡਾ ਸੀ ਉਹਨੇ ਚੂਸਾ ਲਾਉਂਦਾ ਸੀ, ਬੜਾ ਜ਼ਬਰਦਸਤ ਪੈਂਦਾ। ਸਾਰੇ ਜ਼ਿੰਦਗੀ ਦੇ ਇੰਜੋਏਮੈਂਟ ਲੈਣੇ ਚਾਹੀਦੇ ਨੇ। ਇਹ ਅੱਲਾ ਨੇ ਮਾਫ਼ ਕਰ ਦੇਣਾ ਬੰਦੇ ਨੂੰ। ਇਸ ਜਿਸਮ ਤੋਂ ਫਾਇਦਾ ਚੁੱਕੋ, ਇਹਨਾਂ ਨਿਯਮਤਾਂ ਤੋਂ ਫਾਇਦਾ ਚੁੱਕੋ। ਖੁਦਾ ਗੁਨਹਗਾਰਾਂ ਦੀ ਸੁਣਦਾ, ਮੁਤਕੱਬਰਾਂ ਦੀ ਜਾਂ ਸ਼ੈਤਾਨ ਦੀ। ਸ਼ੈਤਾਨ ਨੂੰ ਕੀ ਸੀ ਕਿ ਮੈਂ ਜੀ ਇਹ ਹਾਂ ਫਰਿਸ਼ਤਾ ਹਾਂ, ਮੈਂ ਕਿਉਂ ਕਰਾਂ ਸਜਦਾ। ਜਿੰਨੇ ਤੁਸੀਂ ਗੁਨਹਗਾਰ ਹੋਵੋਗੇ ਉਤਨੀ ਤੁਹਾਡੀ ਜਾਇਜ਼ੀ ਅਸਤਗਫਾਰ ਦੁਆ ਦੀ ਕਬੂਲੀਅਤ ਪੈਦਾ ਹੋਏਗੀ ਤੁਹਾਡੇ ਅੰਦਰ, ਉਨਾ ਹੀ ਖੁਦਾ ਨੂੰ ਤੁਸੀਂ ਪਸੰਦ ਆਓਗੇ। ਇਹ ਨਹੀਂ ਕਹਿੰਦਾ ਕਿ ਤੁਸੀਂ ਹੱਥ ਹੋ ਕੇ ਅੱਲਾ ਮਾਫ਼ ਕਰੇ ਜ਼ਾਲਮ ਬਣ ਜਾਓ, ਮੁਤਕੱਬਰ ਬਣ ਜਾਓ ਤੇ ਗੁਨਾਹ ਦੇ ਸ਼ੇਰ ਹੋ ਜਾਓ। ਨਹੀਂ, ਗੁਨਾਹ ਵੀ ਹੁੰਦਾ ਲੇਕਿਨ ਨਾਲ ਆਇਜ਼ੀ ਵੀ ਹੋਣੀ ਚਾਹੀਦੀ ਹੈ, ਇਸਤਗਫਾਰ ਵੀ ਹੋਣਾ ਚਾਹੀਦਾ। ਠੀਕ ਹੈ, ਬੰਦੇ ਨੂੰ ਗੁੱਸਾ ਵੀ ਆਉਂਦਾ, ਨਾਲ ਹੀ ਮਾफ़ੀ ਦਾ ਵੀ ਦਰਵਾਜ਼ਾ ਖੁੱਲ੍ਹਾ ਹੈ। ਅੱਲਾਹ ਤਾਲਾ ਮਾफ़ ਕਰਦੇ, ਮੈਨੂੰ ਗੁੱਸਾ ਆਇਆ ਫਿਰ ਬੰਦਾ ਉਹਦੇ ਕੋਲ ਮਾफ़ੀ ਵੀ ਮੰਗ ਲੈਂਦਾ। ਸਮਝ ਮੇਰੀ ਤਾਂ ਤਬੀਅਤ ਹੈ, ਸਹੀ ਗੱਲ। ਸਾਡਾ ਤਾਂ ਖਲੀਫਾ ਵੀ ਖੁਦ ਨਹੀਂ, ਪਹਿਲਾ ਖਲੀਫਾ ਮੇਰੇ ਤਾਂ ਅਕਸਰ ਮਾਫ਼ੀਆਂ ਮੰਗ ਲੈਂਦਾ ਸੀ। ਮੈਂ ਫਲਾਂ ਬੰਦੇ ਦਾ ਅਗਰ ਦਿਲ ਦੁਖਿਆ ਤਾਂ ਮੈਂ ਮਾਫ਼ੀ ਮੰਗਦਾ। ਖੁਦ ਵਿੱਚ ਦਰਸੇ ਕੁਰਾਨ ਦੇ ਵਿੱਚ ਕਹਿੰਦੇ ਸਨ ਕਿ ਫਲਾਂ ਬੰਦੇ ਦਾ ਖਤ ਆਇਆ, ਉਹਨੇ ਲਿਖਿਆ ਕਿ ਤੁਸੀਂ ਮਰਾਸੀਆਂ ਦੀ ਮਿਸਾਲ ਦਿੱਤੀ ਸੀ, ਇੱਥੇ ਮਰਾਸੀ ਆ ਉਹ ਬੜਾ ਸ਼ਿਕਾਇਤ ਕਰ ਰਿਹਾ ਕਿ ਮੈਨੂੰ ਬੜੇ ਪਿੰਡਾਂ ਦੇ ਤੰਗ। ਉਸ ਅਨੈਤਪੁਰ ਭੱਟੀਆਂ ਦੇ ਪਿੰਡ ਨੂੰ ਸਾਰਿਆਂ ਨੂੰ ਮਾਫ਼ੀ ਮੰਗਣੀ ਪਈ ਸੀ, ਔਰ ਉਹਨਾਂ ਨੇ ਰੋ ਕੇ ਖੁਦ ਵੀ ਕਿਹਾ ਸੀਗਾ ਕਿ ਮੈਨੇ ਉਹਦੇ ਉੱਤੇ ਨਹੀਂ ਸੀ ਲਤੀਫਾ ਗਿਆ ਨਾ ਕਿ ਦੁਨੀਆ 'ਚ ਮਸ਼ਹੂਰ ਲਤੀਫਾ ਨਾ। ਇਹ ਮਤਲਬ ਥੋੜ੍ਹੀ ਕਿਸੇ ਗਰੀਬ ਦੀ ਤੁਸੀਂ ਤੁਮ ਲਾਉਣੀ ਸ਼ੁਰੂ ਕਰ ਦਿਓ 6.5 ਇੰਚ 2 ਇੰਚ ਦਾ।
ਜ਼ਬਰਦਸਤ ਟੋਪਾ ਤੇ ਜਿਹੜਾ ਪਿਛਲਾ ਹਿੱਸਾ ਹੈ ਇੱਕ ਬਰਾਬਰ ਹੈ ਕਿ ਟੋਪਾ ਜ਼ਰਾ ਮੋਟਾ ਹੈ, ਮੇਰਾ ਟੋਪਾ ਮੋਟਾ ਹੈ ਤੇ ਪਿੱਛੋਂ ਪਤਲਾ ਹੈ ਤੇ ਤੇਰਾ ਕੀ ਟੋਪਾ ਵੀ ਤੇ ਲਾਉਣਾ ਜਿਹੜਾ ਪਿਛਲਾ ਇੱਕ ਬਰਾਬਰ ਹੈ ਜਾਂ ਟੋਪੀ ਜ਼ਰਾ ਮੋਟੀ ਹੈ? ਟੋਪੀ ਮੈਨੂੰ ਨਾ ਪਤਲੀ ਬੜੀ ਚੰਗੀ ਲੱਗਦੀ ਹੈ ਜ਼ਰਾ ਚੁੰਝ ਬਣੀ ਜਿਹਦਾ ਟੋਪਾ ਮੋਟਾ ਹੋਵੇ ਨਾ ਉਹ ਬੈਨ ਚ ਬਣਦਾ ਬੜਾ ਮੁਸ਼ਕਿਲ ਹੈ ਪਾਉਣ 'ਚ। ਮੇਰਾ ਤਾਂ ਨਾ ਬੜਾ ਮਸਲਾ ਬਣਾਉਂਦਾ ਕਿਨਾਰਾ ਜਿਹੜਾ ਨਾ ਅੱਗੋਂ ਹੋਵੇ ਨਾ ਲੋੜੇ ਦੀ ਚੁੰਝ ਬਣੀ ਹੋਵੇ ਟੋਪੀ ਦੀ, ਯਾਨੀ ਪਿੱਛੋਂ ਮੋਟਾ ਹੋਵੇ ਲੋੜ। देखो मेरी बात सुनो, मसीह मौत मानते हैं या नहीं मानते, नबी मानते हैं नहीं मानते, 130-35 साल हो गए, तुम्हारे सारे सवालों का जवाब मिर्ज़ा ताहिर अहमद साहब ने और मुख्तलिफ़ किताबों में भी छप चुका हुआ है। तुमने जो बात करनी है काम की करो, आई समझ कि तुमने मानना है कि नहीं मानना, खुदा से रजू करना है कि नहीं करना। हमारा ये है कि जिस बंदे ने मिर्ज़ा ग़ुलाम अहमद मसीह मऊद मादी मऊद और जिसको खुदा तआला के मोहम्मद ने 4 दफ़ा कहा है नबीउल्लाह नबीउल्लाह नबीउल्लाह, हमने नहीं कहा। खुदा की ये निशानी है, सूरज ग्रहण होगा, चांद ग्रहण होगा, ताउन आएगी, ज़लज़ले आएंगे और लोग जो हैं वो गुमराह हो जाएंगे, मौलवी जो हैं बच्चों की बूंद मारेंगे और वो बंदर और सूर से बदतर होंगे। मौलवी नहीं मारनगे, मौलवियों ना बदनाम करो। कादियानी मारनगे, कादियानी खलीफे ਉਹ ਤੁਹਾਡੀ, ਉਹ ਵੀ ਹੋਰ ਕਿਸੇ ਦੀ ਨਹੀਂ, ਉਹ ਤੁਹਾਡੀਆਂ ਮਾਰਨਗੇ। ਐਵੇਂ ਨਾ ਮੌਲਵੀਆਂ ਨੂੰ ਬਦਨਾਮ ਕਰ ਦਿਆ ਕਰੋ ਹਰ ਜਗ੍ਹਾ। ਕੁੜੀ ਤੁਹਾਡੀ ਕੱਢ ਕੇ ਕੋਈ ਮੁਰੱਬੀ ਲੈ ਜਾਂਦਾ ਤੇ ਉਹ ਪਾ ਦਿੰਦੇ ਹੋ ਮੌਲਵੀ ਦੇ ਉੱਤੇ, ਮੌਲਵੀ ਕੱਢ ਕੇ ਲੈ ਗਏ ਸਾਡੀ ਬੱਚੀ। चांद ग्रहण होगा, ताउन आएगी, ज़लज़ले आएंगे और लोग जो हैं वो गुमराह हो जाएंगे, मौलवी जो हैं बच्चों की बूंद मारेंगे और वो बंदर और सूर से बदतर होंगे। ये सारी अलामतें पूरी हो गई हैं। 130 साल का असर हो गया, 13वीं सदी का एंड 14वीं सदी का शुरू में वो आया, अब तो 130 सालों के पता। तुम अपनी फ़िक्र करो और अपना बताओ कि तुमने किस तरह मानना है। तुम्हें अल्लाह ने मनवाना है, तुमने अल्लाह से रजू करना है कि बंदों की दलीलें कर लेनी है। तुम्हारे लिए अब अल्लाह का रास्ता है, तुम्हारे लिए दलीलें छलीलें कोई नहीं है, क्योंकि जिस पहनी यकी के ऊपर तुम लगे हुए और तुम्हारे बंदे लगे हुए हैं वो तुम्हारे लिए हुज्जत तमाम हो चुकी हुई है। सवालों के जवाब मिर्ज़ा ताहिर ने एक एक दे दिए हुए हैं। जो तुम बकवास कर रहे हो उसका जवाब यूं सर मैं आपको इतना बेवकूफ़ समझता नहीं, लेकिन आप कुछ ज़्यादा ही बेवकूफ़ी का मुजाहरा कर रहे हैं। और भाई जिसने मेरे से बात की है मैंने उसको उसकी बात ये कादियानी मुरब्बी लई कमान है जी, सुन लो आप ही मरदइयो नेड़े हो। साहब बात पूरी पता कर लें कि बात है क्या, तो फिर आप इधर उथल दे लें। बात का आपको पता कोई नहीं है। सारी अहमदियों को दी है तो फिर दी है भैन दी फुद्दी च वड़न यार, सारे अहमदी खलो के ना दी मां दे मैं फुद्दे च वड़ जावां। ओ भाई अहमदी एक हो या दो, जिसने मेरे से जिस अंदाज से बात की है मैंने वापस उसको उसी अंदाज से जवाब दिया है, बात खत्म। आपको तकलीफ है तो पहले उसको या सारी जमात को गालियां दूं, उसको पकड़े उन्होंने फोड़ो, उनको भैन ही कहा तेरी केड़ी भैन हुई है क्या आया तू इन्हों गाल कड्डी है, ठीक है ना। ओ भाई तुम उसको पकड़ नहीं रहे, मेरी बोंडे जाके उंगल देने लग पे कि मैं गाल कड्डी, फिर मैं कहा मेरा लुल फुट लो तुम जरा तुहाडी मैं आदे फुद्दे च लुल मारिया। भैन ही को पहले तुम गाल कर दो, तुहानू वापस गाल कड्डी तो कोई चीकां मार दियो, गश्ती मार दियो, बच्चे खुश रहे ने सारे आम दी भैन दी फुद्दी हवे। कोई भैन चो श्रीलंका बैठा, कोई थाईलैंड लोके बैठा, भैन जिथे हगदे उत्थे ही भैन जो खांदे उत्थे ही सौ रहिंदे, तो कोई गल्लां करदे हो भैन ये को WhatsApp ते आ गए तुहाडी मैं मां दे फुद्दे च लुल मारिया। खुश रहे ने सारे। इधर आ जर्मनी मेरे को, चल तेरे मैं कैनेडा लैके जावांगा, भैन यक सारियां भैन चो गश्तियां युहान डईयां सिखां कोल भैन चोदो गल्लां मारदे आ। ओ भाई तुम मेरे पर सवाल उठाओगे तो मैं तुहाडी भैन दे फुद्दे च वड़ जावांगा। जिस तरह बात करोगे उसी तरह बात करूंगा। उसने मेरे से जिस तरह बात की है मैंने उसको सेम टू सेम उसी तरह जवाब दिया, बात खत्म, ठीक है ना। अब ये तुम उससे पूछो कि उसने क्यों इस तरह बात की है कि मुझे सबको गाली देनी पड़ी, पूछो ना उसको जाके। भाई करंट नु जाके उंगल छेड़ी है उन्हों लाई है तो करंट ते पैना ना अगों, ठीक है ना।
भाई नहीं इतनी हिम्मत बात सुनने की तो करते क्यों हो? मेरे हिम्मत है सुनने की, मैं कर भी लेता हूं। तुम्हारे अंदर हिम्मत नहीं है, क्यों करते हो? क्यों उसने बार बार मुसलसल उसने बार बार बदतमीजी की, ठीक है ना। मैंने मजबूर होकर फिर जवाब दिया। मेरे लोल ਨੂੰ ਨਹੀਂ ਠੰਡ ਯਾਰ, ਤੁਹਾਡੀ ਭੈਣ ਦਾ ਫੁੱਦਾ ਨਹੀਂ ਸਾਰਿਆਂ ਦੇ ਤਾਂ ਯਾਰ ਗਸ਼ਤੀ ਮਾਂ ਦਿਓ ਬੱਚਿਓ, ਭੈਣ ਨਹੀਂ ਯੱਕੋ ਤੁਸੀਂ ਖਲੋਂਦੇ ਨਹੀਂ, ਤੁਹਾਡੀ ਮਾਂ ਦੇ ਮੈਂ ਫੁੱਦੇ 'ਚ ਵੜ ਜਾਵਾਂ। ਚੱਲ ਮੈਂ ਤੂੰ ਹੁਣ ਥੋੜਾ ਮੇਰੀ ਜ਼ਾਤ ਤੇ ਆਇਆ ਤੇ ਮੈਂ ਵੀ ਥੋੜਾ ਜਿਹਾ ਹੋ ਜਾਣਾ ਨੇੜੇ। ਚੱਲ ਕੋਈ ਨਹੀਂ, ਮੈਨੂੰ ਯਾਦ ਆ ਗਿਆ ਤੇਰੇ, ਮੈਂ ਕੰਨ ਲਾਲ ਕਰਾਂ। ਅੱਛਾ, ਇਹ ਤੁਹਾਡੀਆਂ ਜਿਹੜੀਆਂ ਕਾਦੀਆਨੀ ਇੱਥੇ ਜਰਮਨੀ ਬੈਠੀਆਂ ਨੇ, ਯੂਰਪ, ਆਸਟ੍ਰੇਲੀਆ, ਇਹ ਫੁੱਦੀਆਂ ਸਿੱਖਾਂ ਕੋਲੋਂ ਕਿਉਂ ਮਰਵਾਉਂਦੀਆਂ ਨੇ? ਜ਼ਰਾ ਮੈਨੂੰ ਇਹ ਤਾਂ ਸਮਝਾ ਹਾਂ। ਤੇ ਗੈਰ ਅਹਿਮਦੀਆਂ ਦੇ ਲੁੱਲਾਂ ਤੇ ਜਾ ਕੇ ਕਿਉਂ ਪੈਂਦੀਆਂ ਨੇ? ਮੈਨੂੰ ਇਹ ਤਾਂ ਸਮਝਾ ਤਾ ਕੀ ਵਜ੍ਹਾ ਹੈ, ਕੀ ਸੈਦ ਤੁਹਾਡੇ ਮਰਦਈਆਂ ਦੇ ਲੁੱਲ ਨਹੀਂ ਖਿਲਾਉਂਦੇ? ਓਏ ਸਿੱਖੋ, ਤੁਹਾਡੀਆਂ ਅਜ਼ਮਤਾਂ, ਓਏ ਤੁਹਾਡੀਆਂ ਅਜ਼ਮਤਾਂ ਨੂੰ ਸਲਾਮ। ਉਹ ਗੈਰ ਅਹਿਮਦੀਓ, ਓਏ ਤੁਹਾਡੇ ਲਾਮ ਨੂਨ ਬੱਲੇ ਬਈ ਬੱਲੇ, ਜਿਹੜੀਆਂ ਅਹਿਮਦੀਆਂ ਆ ਕੇ ਬਹਿ ਜਾਂਦੀਆਂ ਨੇ। ਚੱਲ ਮੈਂ ਤੂੰ ਹੁਣ ਥੋੜਾ ਮੇਰੀ ਜ਼ਾਤ ਤੇ ਆਇਆ ਤੇ ਮੈਂ ਵੀ ਥੋੜਾ ਜਿਹਾ ਹੋ ਜਾਣਾ ਨੇੜੇ। ਚੱਲ ਕੋਈ ਨਹੀਂ, ਮੈਨੂੰ ਯਾਦ ਆ ਗਿਆ ਤੇਰੇ, ਮੈਂ ਕੰਨ ਲਾਲ ਕਰਾਂ। ਅੱਛਾ, ਇਹ ਤੁਹਾਡੀਆਂ ਜਿਹੜੀਆਂ ਕਾਦੀਆਨੀ ਇੱਥੇ ਜਰਮਨੀ ਬੈਠੀਆਂ ਨੇ, ਯੂਰਪ, ਆਸਟ੍ਰੇਲੀਆ, ਇਹ ਫੁੱਦੀਆਂ ਸਿੱਖਾਂ ਕੋਲੋਂ ਕਿਉਂ ਮਰਵਾਉਂਦੀਆਂ ਨੇ? ਜ਼ਰਾ ਮੈਨੂੰ ਇਹ ਤਾਂ ਸਮਝਾ ਹਾਂ। ਤੇ ਗੈਰ ਅਹਿਮਦੀਆਂ ਦੇ ਲੁੱਲਾਂ ਤੇ ਜਾ ਕੇ ਕਿਉਂ ਪੈਂਦੀਆਂ ਨੇ? ਮੈਨੂੰ ਓਏ ਗੈਰ ਅਹਿਮਦੀਓ, ਉਹ ਬੱਲੇ, ਉਹ ਗੈਰ ਅਹਿਮਦ, ਤੁਹਾਡੀਆਂ ਮੌਜਾਂ ਬਈ, ਤੁਹਾਡੀਆਂ ਮੌਜਾਂ ਬਈ। ਰਾਤ ਦਾ ਕੀ ਵਜ੍ਹਾ ਹੈ, ਕੀ ਸੈਦ ਤੁਹਾਡੇ ਮਰਦਈਆਂ ਦੇ ਲੁੱਲ ਨਹੀਂ ਖਿਲਾਉਂਦੇ? ਓਏ ਬੰਦਾ ਬਣ ਜਾਈਂ ਓਏ ਤੂੰ, ਮਲਕ ਤੂੰ ਨੌਜਵਾਨ ਹੈ, ਤੂੰ ਹੀ ਰਹਿਣਾ ਜਰਮਨੀ ਹੋਈ ਹੈ। ਤੇ ਕੰਮ ਬਾਈ ਗੁਨਾਹ ਹੈ ਬਾਈ ਸਾਡੇ ਮਜ਼ਹਬ ਦੇ ਵਿੱਚ, ਬਿਲਕੁਲ। ਤੇ ਅਗਰ ਜੇ ਗੋਰੀਆਂ ਚਿੱਟੀਆਂ ਹੁੰਦੀਆਂ ਨੇ ਤੇ ਤੁਹਾਡਾ ਈਮਾਨ ਲੈ ਡੁੱਬਣ ਗਈਆਂ ਜੇ, ਇਹ ਤੁਹਾਨੂੰ ਮੈਂ ਦੱਸਿਆ। ਇੰਝ ਦੇ ਕੰਮ ਨਹੀਂ ਜੇ ਕਰਨੇ ਬਾਈ ਉੱਥੇ। ਨਹੀਂ ਉਸੇ ਸਭ ਬਹੁਤ ਬੜੀਆ ਤੇ ਇਹੋ ਹੀ ਨਾ, ਤੂੰ ਚਸਕਾ ਲੈ ਚੁੱਕੀਆਂ, ਚਸਕੋ ਰਿਹਾ। ਇੰਝ ਦੇ ਕੰਮ ਛੱਡ ਦਿਓ ਤੁਸੀਂ। ਜੀ ਜੀ ਉਸਤਾਦ ਜੀ ਬਹੁਤ ਬੜੀ ਆਉਂਦੀ। ਇਹੋ ਹੀ ਗੱਲਾਂ ਨੇ, ਤੂੰ ਵੀ ਵੇਖ ਲੈ, ਨਮੂਨੇ ਆ ਰਲ ਗਏ ਨਾ ਨਾਲ ਹੀ। ਗਲਤ ਕੰਮ ਹੈ ਬਾਈ, ਗਲਤ ਕੰਮ ਹੈ, ਹਰਾਮ ਹੈ। ਆਹੋ ਹੁਣ ਤੁਰ ਗਈ ਤੇ ਹੈ ਤੇ ਕਾਦੀਆਨੀ ਸੀ, ਹੁਣ ਮੈਂ ਕੀ ਕਰਾਂ ਦੱਸ। ਤੇ ਮੈਂ ਇਹ ਤੈਨੂੰ ਪੁੱਛਿਆ ਨਾ ਕਿ ਤੁਹਾਡੀ ਜਿਹੜੀਆਂ ਕਾਦੀਆਨੀ ਜਨਾਨੀਆਂ ਨੇ, ਇਹ ਦੂਜਿਆਂ ਦੇ ਲੁੱਲ ਤੇ ਜਾ ਕੇ ਕਿਉਂ ਬਹਿੰਦੀਆਂ ਨੇ? ਇਹ ਆਪਣੇ ਬੰਦਿਆਂ ਕੋਲ ਰਾਜ਼ੀ ਕਿਉਂ ਨਹੀਂ ਹੁੰਦੀਆਂ? ਜਾਂ ਤੇ ਕਾਦੀਆਨੀ ਖੁਸਰੇ ਨੇ, ਜਾਂ ਤੁਹਾਡੀਆਂ ਕਾਦੀਆਨੀ ਜਨਾਨੀਆਂ ਜਿਹੜੀਆਂ ਨੇ, ਇਹਦੇ ਉੱਤੇ ਮੈਂ ਇੱਕ ਦੀ ਫੋਟੋ ਵੀ ਘੱਲੀ। ਇੱਥੇ ਜਰਮਨੀ ਹਰ ਘਰ ਦੀ ਮਿਸਾਲ ਹੈ, ਕੋਈ ਸਿੱਖ ਨਾ ਫਸੀ ਹੈ, ਕੋਈ ਕਿਸੇ ਤੁਰਕੇ ਨਾ ਫਸੀ ਹੈ, ਕੋਈ ਮਰਾਕੇ ਨਾ ਫਸੀ ਹੈ। ਜ਼ਿਆਦਾ ਪਸੰਦੀਦਾ ਬੰਦੇ ਇਹਨਾਂ ਦੇ ਗੈਰ ਅਹਿਮਦੀ ਹੁੰਦੇ ਨੇ, ਗੈਰ ਅਹਿਮਦੀ ਹੁੰਦੇ ਨੇ। ਯਾਰ ਮਲਕ, ਮੈਨੂੰ ਤਾਂ ਤੇਰੀ ਟੈਨਸ਼ਨ ਲੱਗਦੀ ਹੈ ਯਾਰ। ਨਹੀਂ ਜਾਂਦਾ ਬੰਦੇ ਗੈਰ ਅਹਿਮਦੀ ਹੁੰਦੇ ਨੇ। ਅੱਛਾ, ਹੁਣ ਬਾਈ ਹੋਇਆ ਕੀ ਸੀ ਕਿ ਲਈ ਕਵਾਨ ਦੀ ਆਪਣੀ ਬੁੱਢੀ ਵੀ ਜਿਹੜੀ ਆ ਨਾ, ਉਹ ਕਿਸੇ ਮੌਲਵੀ ਨਾਲ ਨਿਕਲ ਗਈ। ਉਹ ਨਾ ਦੂਜੇ ਮੁਰੱਬੀ ਨੇ ਇਹਨੂੰ ਪੁੱਛ ਲਿਆ ਕਿ ਤੇਰੀ ਆਪਣੀ ਵੀ ਤੇ ਨਿਕਲੀ। ਹੁਣ ਉਹ ਜਵਾਬ ਕੀ ਦਿੰਦਾ ਹੈ, ਇਹ ਸੁਣਿਆ ਜੇ। ਮੇਰੇ 'ਚ ਇਹ ਫਾਲਟ ਸੀ ਕਿ ਮੈਂ ਉਹਨੂੰ ਕਹਿੰਦਾ ਹਾਂ ਕਿ ਬੰਦਿਆਂ ਕਰ ਰਹੀਦਾ, ਇੱਧਰ ਉੱਧਰ ਮੂੰਹ ਨਹੀਂ ਮਾਰੀਦਾ। ਤੇ ਉਹਦੀ ਜਿਹੜੀ ਮਾਂ ਵੇ, ਉਹ ਮਤਲਬ ਉਹਦਾ ਅੱਬਾ ਵੀ ਸਦਰ ਜਮਾਤ ਹੈ, ਹਾਂਜੀ। ਤੇ ਉਹ ਆਂਦੇ ਹਾਂਜੀ ਇਹ ਯੂਰਪ ਹੈ, ਅਸਾਂ ਹਰ ਪਾਸੋਂ ਫੁੱਦੀਆਂ ਮਰਵਾਉਣੀਆਂ ਨੇ। ਤੇ ਮੈਂ ਇਤਫਾਕ ਨਹੀਂ ਸੀ ਕਰਦਾ, ਮੈਂ ਕਹਿੰਦਾ ਕਿ ਨਹੀਂ, ਇੱਕੋ ਬੰਦੇ ਕੋ ਮਰਵਾਈ ਦੀ ਜਿਹਦੇ ਨਾਲ ਵਿਆਹ ਕੀਤਾ ਹੋਏ, ਠੀਕ ਹੈ। ਤੇ ਉਹ ਅੱਗੋਂ ਬੱਚਿਆਂ ਨੂੰ ਵੀ ਉਸੇ ਤਰਬੀਅਤ ਪਾਸੇ ਤੋਰਨ ਡਏ ਹਾਂ। ਤੇ ਘਰ ਮਤਲਬ ਕਿ ਮੇਰੀਆਂ 3 ਸਾਲੀਆਂ ਜਿਹੜੀਆਂ ਨੇ, ਸਦਰ ਜਮਾਤ ਜਿਹੜਾ ਸੁਸਰ ਹੈ ਮੇਰਾ, ਉਹਦੀਆਂ 3 ਧੀਆਂ, ਇੱਕ ਅਮਰੀਕਨ ਮੁੰਡੇ ਨਾਲ ਨੱਸ ਗਈ ਸੀ, ਦੂਜੀ ਜਿਹੜੀ ਉਹਦੀ ਇਕੱਲੀ ਰਹਿਣ ਡਈ ਹੈ। ਤੇ ਜਿਹੜਾ ਉਹਦਾ ਮੁੰਡਾ ਹੈ ਹਾਂਜੀ, ਉਹਨੇ ਜਰਮਨ ਕੁੜੀ ਰੱਖੀ, ਉਹਦੇ ਨਾਲ ਰਹਿੰਦਾ। ਤੇ ਮੈਂ ਉਹਨਾਂ ਨੂੰ ਕਹਿੰਦਾ ਹਾਂ ਕਿ ਠੀਕ ਹੈ, ਤੁਸੀਂ ਜੋ ਕਰਨਾ ਕਰੋ, ਪਰ ਮੇਰੇ ਘਰ ਇਹ ਹਰਕਤਾਂ ਨਾ ਕਰੋ। ਤੇ ਉਹ ਮੇਰੀ ਬੁੱਢੀ ਵੀ ਨਹੀਂ ਸੀ ਮੁੜਦੀ। ਤੇ ਮੈਂ ਉਹਨਾਂ ਨੂੰ ਮੋੜਦਾ ਹਾਂ ਕਿ ਇਹ ਕੰਮ ਨਹੀਂ ਕਰੀਦਾ ਬਹੂ, ਇਹ ਕੋਈ ਚੰਗਾ ਕੰਮ ਨਹੀਂ, ਠੀਕ ਹੈ। ਤੇ ਉਹ ਆਂਦੇ ਹਾਂਜੀ ਸਾਡੀ ਜਮਾਤ ਤੇ ਸਾਨੂੰ ਇਹ ਸਿਖਾਇਆ ਕਿ ਜਿੱਥੋਂ ਫੁੱਦੀ ਵੱਜੇ ਮਰਵਾ ਲਓ, ਠੀਕ ਹੈ ਨਾ। ਤੇ ਉਹ ਬਹੁ ਮੇਰੇ 'ਚ ਇਹ ਫਾਲਟ ਸੀ ਹੈ। ਹੁਣ ਤੂੰ ਦੱਸ ਤੁਹਾਡੇ 'ਚ ਫਾਲਟ ਕਿਉਂ ਹੈ, ਕੀ ਵਜ੍ਹਾ ਹੈ? ਇਹ ਜੀ ਜਰਾ ਮੈਂ ਅੱਜ ਪਹਿਲੀ ਵਾਰੀ ਇਹ ਜੇ ਜਨਾਬ ਇਹਨਾਂ ਦਾ ਬੜਾ ਵੱਡਾ ਮੁਰੱਬੀ ਹੈ, ਤਸਵੀਰ ਤੋਂ ਆਪੇ ਹੀ ਕਾਦੀਆਨੀ ਪਹਿਚਾਣ ਜਾਣਗੇ। ਇਹ ਕੰਮ ਕੀ ਕਰ ਰਿਹਾ ਹੈ, ਇੱਕ ਮੁਰੱਬੀ ਦੇ ਨਾਲ, ਮੁਰੱਬੀ ਹੁੰਦੇ ਨੇ ਨਾ, ਇਹ ਟੀਚਰ ਜੇ, ਜਾਮਿਆ ਅਹਮਦੀਆ ਦਾ ਟੀਚਰ ਹੈ।
ਤੇ ਇੱਕ ਬੱਚੇ ਦੇ ਨਾਲ ਇਹ ਕੁਝ ਕਰ ਰਹੇ ਹੈ ਤੇ ਅਸੀਂ ਉਹ ਉੱਤੇ ਜਿਹੜਾ ਨਾ ਬਲੋਰ ਕਰ ਦਿੱਤਾ ਹੈ। ਯਾਰ ਮਲਕ ਤੇਰਾ ਦੱਸਿਆ ਜੇ ਕੋਈ ਮਸਲਾ ਤਾਂ ਨਹੀਂ ਹੋਏਗਾ? ਨਹੀਂ ਨਹੀਂ ਕੋਈ ਮਸਲਾ ਨਹੀਂ ਹੁੰਦਾ ਹੈ। ਮੈਂ ਬਲੋਰ ਕਰ ਛੜਿਆ ਵੈਸੇ। ਹਾਂਜੀ ਤੁਸੀਂ ਇਹ ਤਸਵੀਰ ਇੱਕ ਵਾਰੀ ਸੈਂਡ ਕਰ ਦਿਓ ਤੇ ਵੱਡੀ ਕਰਕੇ ਵਿਖਾ ਦਿੰਦੇ ਆ, ਫਿਰ ਹਟਾ ਲਾਂਗੇ ਉਸੇ ਟਾਈਮ। ਤਸਵੀਰ ਨਹੀਂ, ਇਹ ਵੀਡੀਓ ਵੇ ਬਾਬਾ ਜੀ। ਹਾਂ ਹਾਂ ਤੇ ਉਹੀ ਕਰ ਦਿਓ। कोई तो रोको, मर चला जे। तबलीग ट्रांसफर हो रही। ਅੱਛਾ ਇੱਡੇ ਖੋਚਲ ਨਹੀਂ, ਇਹਨਾਂ ਦੇ ਨਾ ਚਸਕੇ ਕੋਈ ਹੋਰ ਲੈ ਜਾਂਦਾ ਹੈ ਤੇ ਪਾ ਦਿੰਦੇ ਨਹੀਂ ਮੌਲਵੀਆਂ ਦੇ। ਇਹ ਬਦਨਾਮ ਮੌਲਵੀ ਕੀਤੇ ਨਹੀਂ ਇਹਨਾਂ ਨੇ, ਬੜੇ ਬੱਲੇ ਭਾਈ ਬੱਲੇ। ਤੁਹਾਡੇ ਮਦਰਸਿਆਂ ਜੰਜ ਹੁੰਦਾ ਜੀ, ਤੁਹਾਡੇ ਮਦਰਸਿਆਂ ਜੰਜ ਹੁੰਦਾ। हाँ जी उस्ताद जी, इन्हों का नारा है ना, मैं तेरी तबलीग को दुनिया के कोने कोने में लगाऊंगा। ये कोने कोने में लग रही है, लग रही है पुत्र। इंज ਤੁਹਾਡੀ ਲੈਣੀ ਹੈ ਰੋਜ਼ਾਨਾ ਕਲਾਸ ਲੈਣੀ ਹੈ ਅਸਾਂ, ਬੰਦੀ ਹੈ ਭਾਈ, ਸਾਡੀ ਵੀ ਬੰਦੀ ਹੈ। ਤੇ ਚਲੋ बहरहाल जी, जब तक कादियानियत बाकी है और मिर्दे की दलालत भी बाकी है। हाँ जी ਤੁਹਾਡੀ ਹੈ ਐਲ ਯਾਰ। ਇਹ ਵੀਡੀਓ ਜਿਹੜੀ ਸੀ ਨਾ ਮੈਂ ਉਹ ਟਿਕਟਾਕ ਗਰੁੱਪ 'ਚ ਸੈਂਡ ਕਰ ਛੜੀ ਜੇ। ਠੀਕ ਹੋ ਗਿਆ, ਇਹ ਸੇਵ ਕਰ ਲਿਆ ਜੇ ਜ਼ਰਾ। ਨਹੀਂ ਅੱਛੀ ਚੀਜ਼ ਹੈ, ਬੜੇ ਅਰਸੇ ਦੀ ਨਾ ਮੈਂ ਸੰਭਾਲ ਕੇ ਰੱਖੀ ਸੀ, ਲੇਕਿਨ ਔਰ ਇੱਕ ਵਾਰੀ ਮੈਂ ਚੈਨਲ ਦੇ ਉੱਤੇ ਅਪਲੋਡ ਵੀ ਕੀਤੀ, ਫਿਰ ਮੈਨੂੰ ਦੋਸਤਾਂ ਨੇ 2-4 ਨੇ ਕਿਹਾ ਨਹੀਂ ਸ਼ਾਹ ਜੀ ਇਹਨੂੰ ਡਿਲੀਟ ਕਰ ਦਿਓ। ਪਰ ਮੈਂ ਕਰ ਦਿੱਤੀ ਸੀ ਡਿਲੀਟ, ਲੇਕਿਨ ਬਹਰਹਾਲ ਅੱਜ ਐਵੇਂ ਅਚਾਨਕ ਮੇਰੇ ਸਾਹਮਣੇ ਆ ਗਈ ਹੈ ਤੇ ਮੈਂ ਕਿਹਾ ਚਲੋ। ਨਹੀਂ ਨਹੀਂ ਅੱਛੀ ਗੱਲ ਹੈ, ਅਦਾਲਤ ਦੇ ਵਿੱਚ ਕੰਮ ਆਉਣਗੀਆਂ ਚੀਜ਼ਾਂ। ਹਾਂਜੀ 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 ਹਾਂਜੀ। ਨਹੀਂ ਜੀ ਭਾਜੀ, ਦੱਸਣਾ ਹੈ ਅਸੀਂ ਲੋਕਾਂ ਨੂੰ, ਦੱਸਣਾ ਹੈ, ਸਭ ਕੁਝ ਦੱਸਣਾ ਹੈ, ਬਿਲਕੁਲ ਹਰ ਚੀਜ਼ ਦੱਸਣੀ ਹੈ ਕਿ ਭਾਈ ਇਹ ਇਹਨਾਂ ਨੇ ਜਿਹੜਾ ਸ਼ਰਾਫਤ ਦਾ ਤੇ ਤਕਵਾ ਔਰ ਪਰਹੇਜ਼ਗਾਰੀ ਦਾ ਜਿਹੜਾ ਲਿਬਾਦਾ ਓੜਿਆ ਨਾ, ਇਹਨੂੰ ਅਸੀਂ ਤਾਰ ਕਰਾਂਗੇ ਇਨਸ਼ਾਅੱਲਾ। ਔਰ ਹਾਂਜੀ ਦੱਸਣਾ ਹੈ ਲੋਕਾਂ ਨੂੰ ਇਨਸ਼ਾਅੱਲਾ ਬੰਦੇ ਕੀ ਨੇ, ਅਸਲ ਹੈ ਕੀ ਹੈ। ਹਜੇ ਤੇ ਮੈਂ ਤੁਹਾਨੂੰ ਸੁਣਾਇਆ ਹੀ ਕੁਝ ਨਹੀਂ, ਅਜੇ ਤੇ ਉਹ ਸਿਰਫ ਮਿਰਕਾਤੂ ਯਕੀਨ ਦਾ ਇੱਕ ਹਵਾਲਾ ਸੁਣਾਇਆ। ਇੱਥੇ ਤੇ ਪੂਰੀ ਪਟਾਰੀ ਖੁੱਲੀ ਹੈ, पूरी किताब लिखी गई है। हाँ वो किताब पढ़ो, कादियानियत उस बाजार में पढ़ो ज़रा, तो पता चले। हैं कादियानियत का उरियां चेहरा पढ़ो किताब, तो पता चले। जो बगैरतियाँ, जो रंडीबादियाँ, जो ओतरे कम, जो इन्हां दे कुत्ते कम इन्हां दे विच ने। कोई एक बंदे दे पुत्रां दा कम नहीं इन्हां दे विच है। हैं पढ़ो, तुहानू किताबां पढ़ो। कादियानियत की उरियां तस्वीरें मतीन खाला साहब दी है, ठीक है। कादियानियत उस बाजार में, ये भी मतीन खाला साहब दी। कादियानी रासपोटिनो के इबरतनाक अंजाम किताब का नाम है। यह पढ़ो तो तुहानू पता चले। हाँ जी, जो और आगे किताब रबुआ कादियान जो हमने देखा। होए 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 चस आएगी, तुहानू चस आएगी। और खास करके यह किताब कादियानियत उस बाजार में। खुदा की कसम बड़ा गंदा मजहब है, बहुत गंदा या मजहब है, बहुत गंदा मजहब। ना मैं टिकटॉक ते बड़ा वेखिया, बड़ियां टिकटॉकरां जिहड़ियां ने ना, यकीन मानो ए कुड़ियां गोरियां चिट्टियां ते इन्हां चों बड़ियां ते कादियानी लड़कियां ने, आम लोगों को नहीं पता है। उन्हां दे लखां दे विच फॉलोवर ने और कुड़ियां पिछे कादियानी ने। वो ए गेम लोगों को तो नहीं पता, आम बंदे नूं तो नहीं पता। बहरहाल एवें ना डुल जाया करो, गलत काम गलत ही है। गलत काम इन्हां ने टिकटॉक दे उत्ते बड़े ए तुहानू समझ लो कि जिन्नियां भी गलत कुड़ियां नज़र आ रही ने ना टिकटॉक दे उत्ते, ते इन्हां दे विचों 90% ते कादियानी लड़कियां ने। हाँ जी बेशक। तुहानू नहीं पता बाबा जी, बड़े रोले ने, बड़े रोले ने, तुहानू नहीं पता। उस्ताद जी माजरत एक गल कहनी है इत्थे मैं। जी जी जी।
ਇੱਕ ਮੈਂ ਵੀਡੀਓ ਵੇਖ ਰਿਹਾ ਰਹਿਮਤ ਬੀਬੀ ਨਾਂ ਦੀ ਜਿਹੜੀ ਲੜਕੀ ਏ ਟਿਕਟੋਕ ਤੇ। ਕਾਦੀਆਨੀ ਹੈ ਜੀ, ਕਾਦੀਆਨੀ ਹੈ। ਵੈਸੇ ਆਪਣੇ ਆਪ ਨੂੰ ਉਹ ਮੁਨਕਰੇ ਹਦੀਸ ਕਹਿੰਦੀ ਹੈ ਪਈ ਸੋਸ਼ਲ ਮੀਡੀਆ ਤੇ, लेकिन वो पीछे पर्दा कादियानी है और बिल्कुल दहरिया टाइप है वो हाँ जी। ਹਜ਼ਰਤ ਮੈਂ ਉਹ ਕਹਿਣ ਲੱਗਾ ਸੀ ਕਿ ਉਹਦੀ ਇੱਕ ਚੈਟ ਜਿਹੜੀ ਉਹ ਲੀਕ ਹੋਈ ਏ, ਉਹ ਇੱਕ ਬੰਦੇ ਨੂੰ ਕਹਿ ਰਹੀ ਮੈਂ ਤੈਨੂੰ ਇੱਕ ਲੈਜਣਾ ਦਾ ਰਿਸ਼ਤਾ ਦਵਾਉਣੀ ਹੈ ਨਾਲ ਕੈਨੇਡਾ ਦਾ ਵੀਜ਼ਾ, ਠੀਕ ਹੈ। ਉਹਦੀ ਤਸਵੀਰ ਤੈਨੂੰ ਖਿਲਾਉਣੀ ਹੈ, ਤੂੰ ਆਪਣੀ ਤਸਵੀਰ ਖਿਲਾ, ਠੀਕ ਹੈ। ਲੈਜਣਾ ਦਾ ਰਿਸ਼ਤਾ ਹੈ ਮੇਰੇ ਕੋਲ। ਤੇ ਉਹ ਇਸ ਤਰ੍ਹਾਂ ਉਹਨੂੰ ਮੁੰਡੇ ਨੂੰ ਯਾਨੀ ਕਿ ਵਰਗਲਾ ਰਹੀ ਸੀ। ਉਹ ਕਹਿੰਦੀ ਮੈਂ ਆਪਣੀ ਵੀ ਤੈਨੂੰ ਤਸਵੀਰ ਸੈਂਡ ਕਰਨੀ ਹੈ, ਮੈਨੂੰ ਵੀ ਵੇਖ ਲਾ, ਤੇ ਕੈਨੇਡਾ ਦਾ ਵੀਜ਼ਾ ਤੇ ਨਾਲ ਬੱਚੀ ਫਰੀ। ਉਹ ਇਸ ਕਰਕੇ ਉਹ ਚੈਟ ਹੁੰਦੀ ਜਿਹੜੀ ਨਾ ਉਹ ਅੱਜ ਕੱਲ ਸੋਸ਼ਲ ਮੀਡੀਆ ਗੱਲ ਹੈ ਵੇ ਕਿ ਜਿਤਨਾ ਵੀ ਇਹ ਲੋਕ ਨਿਕਾਬ ਓੜਦੇ ਨੇ ਨਾ, ਤੇ ਅਸੀਂ ਇਹਨਾਂ ਨੂੰ ਨਾ ਫੜ ਲਿਆਨੇ ਹੁੰਦੇ ਆ, ਇਹਨਾਂ ਨੂੰ ਬਿੱਲ ਚੋਂ ਕੱਢ ਲਿਆਈਦਾ ਹੁੰਦਾ ਹੈ। ਰਹਿਮਤ ਬੀਬੀ ਦੀ ਆਈਡੀ ਤੇ ਹੁਣੇ ਜਾਓ, ਜਾ ਕੇ ਉਹਦੀ ਵੀਡੀਓਜ਼ ਨੂੰ ਵੇਖੋ। ਹੁਣ ਮੇਰਾ ਆਪਣਾ ਇੱਕ ਤਰੀਕਾ ਹੁੰਦਾ, ਮੈਂ ਬੰਦੇ ਨੂੰ ਜਿਹੜਾ ਨਾ ਉਹਦੀ ਖੋਡੀ ਚੋਂ ਕੱਢਣ ਦਾ ਇੱਕ ਤਰੀਕਾ ਹੁੰਦਾ ਹੈ ਕਿ ਭਾਈ ਇਹਦੀ ਹਰਕਤੋਂ ਸਕਨਤ ਦੇਖੋ। ਉਹਦੀ ਹਰਕਤੋਂ ਸਕਨਤ ਸਾਨੂੰ ਸਭ ਕੁਝ ਦੱਸਦੀਆਂ ਨੇ ਕਿ ਬੰਦਾ ਤੇ ਉਹ ਹੀ ਹੈ ਯਾਰ। ਇਹਦੀ तमाम ਕਰਤੂਤਾਂ ਤੇ ਕਾਦੀਆਨੀਆਂ ਨਾਲ ਰਲਦੀਆਂ ਨੇ ਪਈਆਂ। ਭਾਈ ਇੱਕ ਕਾਦੀਆਨੀ ਹੈ, ਉਹ ਆਪਣੀ ਕਰਤੂਤ ਕਿੰਝ ਛੱਡ ਸਕਦਾ ਹੈ? ਉਹ ਭਾਵੇਂ ਜਨਾਬ ਬਰੇਲਵੀ ਬਣ ਕੇ ਆਏ, ਦਿਓਬੰਦੀ ਬਣ ਕੇ ਆਏ, ਸ਼ੀਆ ਬਣ ਕੇ ਆਏ, ਜਾਂ ਮਿਰਜ਼ਾ ਜੂਨੀਅਰ ਜੇਲਮੀ ਦਾ ਫਾਲੋਅਰ ਬਣ ਕੇ ਸਾਹਮਣੇ ਆ ਜਾਏ, ਲੇਕਿਨ ਉਹਨੇ ਆਪਣੇ ਕਰਤੂਤ ਨਹੀਂ ਛੱਡਣੀ ਨਾ, ਕਰਤੂਤ ਉਹਦੀ ਉਹੀ ਰਹਿਣੀ ਹੈ। ਹੁਣ ਇਹ ਜਿਹੜੀ ਬੈਠੀ ਹੈ ਰਹਿਮਤ ਬੀਬੀ ਹੈ ਤੇ ਪਿੱਛੇ ਪਰਦਾ ਕਾਦੀਆਨੀ ਔਰ ਦਹਿਰੀਆ ਖਾਤੂਨ ਨੇ, ਆਪਣੇ ਆਪ ਨੂੰ ਜ਼ਾਹਰ ਕਰ ਗਈ ਜੀ ਮੈਂ ਅਹਿਲੇ ਕੁਰਾਨ ਹਾਂ, ਠੀਕ ਹੈ। ਲੇਕਿਨ ਇਹਦੀ ਤੁਸੀਂ ਵੀਡੀਓ 'ਚ ਜਾ ਕੇ ਵੇਖੋ, ਵੀਡੀਓ ਬਣਾਈਆਂ ਨੇ ਇਹਨਾਂ ਮੌਲਵੀਆਂ ਦੇ ਖਿਲਾਫ, ਵੀਡੀਓ ਬਣਾਈਆਂ ਨੇ ਮਿਰਜ਼ਾ ਜੂਨੀਅਰ ਜੇਲਮੀ ਦੀ ਹਮਾਇਤ ਦੇ ਵਿੱਚ ਕਿ ਮਿਰਜ਼ਾ ਜੂਨੀਅਰ ਜੇਲਮੀ ਜੋ ਕਹਿੰਦਾ ਠੀਕ ਹੈ। और फिर ये मैं वीडियो कुछ देखियाँ ने, मौलवियों की गंदी ज़ुबान देखे, कितनी गालियाँ निकालती हैं, क्या ये इस्लाम है? हूँ ए वाली चीज़ ए सब कुछ ए तरीका कार और तरीका वारदात वे कादियानियां दा। याद रखना मुसलमानों, जहाँ मैं अपने बड़े 25 साल के तजर्बे की रोशनी में ये बात अर्ज कर रहा हूँ, मेरी बात पे यकीन कर लें कसम से कि मौलवी की रट जहां पर भी आपको नजर आएगी ना, वो बंदा कादियानी होगा। मौलवी ने ये कर दिया, मौलवी ने ये कर दिया, मौलवी ने ये कर दिया। बस मौलवी और मौलवियत के रद्द के ऊपर काम किया है तो वो है कादियानियों ने। क्योंकि असल में रोला ये था कि मौलवी रुकावट थे मिर्ज़े कादियानी के रास्ते, उसके रास्ते की रुकावट मौलवी थे। आम बंदे को तो पता ही नहीं ना होता, वो तो अनपढ़ है, जाहिल है, उसको क्या पता। मौलवियों को सब कुछ पता था। मौलवी मिर्ज़ा कादियानी की टक्कर पे खड़े हो जाते हैं। मिर्ज़ा कादियानी ने मौलवियों को गिराने के लिए उसने ये फिर बड़ी मौलवी की तजलीक की, गिन गिन के 1000 गालियाँ दी, लानत मलामत की, मौलवियों को ज़ुर्रियतुल बगाया कहा, रंडी के बच्चे, गश्ती के बच्चे, बड़ी बड़ी गालियाँ दी, बड़ा कुछ हुआ ना। उसने फिर झूठी ज़ईफ़ और मौजू हदीसें भी गाड़ ली कुछ कि ये जो मौलवी होते हैं 14वीं सदी के, ये बंदर सूअर खंजीर हैं, आसमान के नीचे बदतरीन मखलूक हैं, बला बला बला। तो इस किस्म की रवायतें उसने बड़ी घर में बैठ के ना उसने बनाई। तो गुजारा ये है कि ये मौलवी की रट ये सबसे पहले मिर्ज़ा कादियानी ने लगाई थी, और आज हर वो बंदा लगा रहा है जो कि कादियानियों का सपोर्टर है और कादियानियों के दीन की हमायत करता है। और उसके अंदर मिर्ज़ा जूनियर जेलमी का दूसरा नंबर आता है और मरज़इयों का दूसरा नंबर आता है, ठीक है। आज देख ले आप, जो भी मौलवी की रट लगा रहा है, या तो वो मरज़ई है या कादियानी। अच्छा मेरी यार गुफ्तगू ज़रा कंप्लीट हो गई, आप हजरात बैठे हैं तो अल्लाह सलामतियाँ अता फरमाए। जिन्होंने मुझे अभी तक फॉलो नहीं किया फॉलो कर लें। हमारा यूट्यूब का चैनल है ख़त्म नबूवत काइंद, उसको सब्सक्राइब कर लें। हमारी 4 साल दरस नामी कोर्स की क्लास का आज इफ्तिताह मदीना शरीफ से हो चुका है, और ये मदीना शरीफ से इंशाअल्लाह ताला हम आलम दीन कोर्स करा रहे हैं। तो आप हजरात ने अगर दाखिला लेना हो
तो मेरे पर्सनल व्हाट्सएप के ऊपर रब्ता कर लीजिएगा। इसके अलावा हमारा ऑफिशियल फोरम है ख़त्म-ए-नबूवत.org, तो मैं रिक्वेस्ट करता हूँ कि उसके ऊपर भी आप हज़रात काम किया करें। आप इतना वक्त सोशल मीडिया को देते हैं, तो अगर आप थोड़ा सा वक्त ख़त्म-ए-नबूवत फोरम को भी देंगे तो दीन की बहुत ज़्यादा तबलीग होगी। ठीक है जी, रब रखा जी, इंशाल्लाह फिर जी शाह साहब माजरत एक सवाल सी मेरा जी 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 ਜੀ ਸ਼ਾਹ ਜੀ ਫਰਜ਼ ਕਰੋ ਦੇਖੋ ਇੱਕ ਬੰਦਾ ਜਿਵੇਂ ਹੁਣ ਮਿਰਜ਼ਾ ਜਹਿਲਮੀ ਬੇਅਦਬੀ ਵਾਲੇ ਗੁਸਤਾਖੀ ਵਾਲੇ ਅਲਫਾਜ਼ ਕਹਿੰਦਾ ਹੈ ਬਜ਼ੁਰਗਾਂ ਵਾਸਤੇ, ਸਾਹਬਾ ਕਰਾਮ ਵਾਸਤੇ, ਅਹਿਲੇ ਬੈਤ ਵਾਸਤੇ ਤੇ ਅੰਬੀਆ ਇਕਰਾਮ ਵਾਸਤੇ, ਤੇ ਇਸੇ ਤਰ੍ਹਾਂ ਅਗਰ ਕੋਈ ਇੱਕ ਬੰਦਾ ਨਾਜ਼ੇਬਾ ਅਲਫਾਜ਼ ਬੇਅਦਬੀ ਵਾਲੇ ਅਲਫਾਜ਼ ਉਮੁਲ ਮੁਮਿਨੀਨ ਦੇ ਵਾਸਤੇ ਬੋਲ ਦੇਵੇ जी जी ਤੇ ਉਹ ਜਨਾਬ ਗੁਸਤਾਖੀ ਦੇ ਜ਼ਮਰੇ ਦੇ ਵਿੱਚ ਆਏਗਾ। बड़ी वड्डी गुस्ताखी होए कुफर हो भाई जी, कुफर हो अल्लाह दे बंदे हो। ओए अम्मी जान माशूका ए रसूल, महबूबा ए रसूल अल्लाह दे बंदा, उन्हां दे बारे रत्ती बराबर भी किसी ने देखो साडी मां दे बारे कोई गल करे या साडी बीवी दे बारे कोई गल करे, यार असी ओनू तुसी हिसाब ना, फिर महबूबे कायनात और महबूबे खुदा की माशूका और महबूबा साडी मां, उन्हां दे बारे अगर गल कीती ते अल्लाह ने उस बंदे दा की सलूक करना तुहानू भी नहीं पता। अल्लाह शाह साहब दूसरा सवाल यह है कि अगर वो बंदा बस कह दे कि एडा तो उत्थे किन्ना कौन बनेगा करोड़पति। ਉਹ ਗੱਲ ਤਾਂ ਸੁਣੋ ਸ਼ਾਹ ਸਾਹਿਬ, ਉਹ ਬੰਦਾ ਕਹਿ ਰਿਹਾ ਕਿ ਮੈਂ ਗਲਤੀ ਦੇ ਨਾਲ ਮੂੰਹ ਨਿਕਲਿਆ ਤੇ ਮੈਂ ਕਹਿ ਛੱਡਿਆ ਤੇ ਮੈਂ ਮਾਫੀ ਮੰਗਣਾ, ਇਹ ਮਾਫੀ ਵੀ ਕਬੂਲ ਹੋ ਜਾਏਗੀ? ਗਲਤੀਆਂ ਪਤਾ ਹੈ ਕਿ ਇਹ ਗੱਲ ਸੁਣ ਲਓ, ਕਦੀ ਗਲਤੀ ਦੇ ਨਾਲ ਇਹਨਾਂ ਨੇ ਆਪਣੇ ਪਿਓ ਨੂੰ ਗਾਲ ਕੱਢੀ ਹੋਏ, ਕਦੀ ਗਲਤੀ ਨਾਲ ਆਪਣੀ ਮਾਂ ਨੂੰ ਕਦੀ ਇਹਨਾਂ ਨੇ ਕੋਈ ਕੀਤਾ ਹੋਵੇ, ਉਦੋਂ ਤੇ ਨਹੀਂ ਕੋਈ ਗਲਤੀਆਂ ਹੁੰਦੀਆਂ ਇਹਨਾਂ ਦੀਆਂ। ਅੱਲਾਹੁ ਅਕਬਰ। ਉਹ ਅੱਲਾਹ ਦੇ ਬੰਦੇ ਜੋ ਢਿੱਡ 'ਚ ਹੁੰਦਾ ਨਾ ਨਿਕਲਦਾ ਉਹ ਹੀ ਏ। ਇਹ ਫਿਰ ਨਾ ਬਚਨ ਦੀ ਖਾਤਰ ਕਹਿੰਦੇ ਨੇ ਅਸੀਂ ਤੇ ਗਲਤੀ ਹੋ ਗਈ ਸੀ। तो बहरहाल चलो दिलों से ले जाना है ते पक्की बहुत सच्ची शुक्रिया, तौबा जज़ाकल्लाह जी। और दूसरी बात, बंदे का नाम नहीं मैं लेना चाहता जिहदे बारे अजकल फहीम तू कंपेन चला रहे हैं, ठीक है ना, जी, वो जी। बंदा HES वो बंदा अल्लाह वो तुहानू नहीं पता। मैं हजे हुण बैठ के सुनदा सा पिया, वो मजनू 4 बंदे बैठे सन उधर, ਤੇ ਐਵੇਂ ਬਸ ਲੋ ਜੀ ਅਸੀਂ ਮਸ਼ਵਰਾ ਕਰ ਰਹੇ ਹਾਂ। ਉਹ ਮੈਂ ਥੱਲੇ ਬਹਿ ਕੇ ਸੁਣਨਾ ਪਿਆ, ਮੈਂ ਕਿਹਾ ਕਿਹੜੇ ਮਸ਼ਵਰੇ ਤੁਸੀਂ ਕਰਦੇ ਹੋ ਪਏ। ਉਹ ਜਾਂ ਤੇ ਇੱਧਰ ਵੇਖੋ ਨਾ, ਉਹਦੇ 'ਚ 2-3 ਬੰਦੇ ਤੇ ਐਸੇ ਨੇ ਜਿਹੜੇ ਜਿਨ੍ਹਾਂ ਦੇ ਫੇਸ ਤੋਂ ਲੋਕੀ ਵਾਕਿਫ ਨੇ। ਭਈਆ ਸਾਹਮਣੇ ਮਲਕ ਬੈਠਾ ਹੈ, ਫਹੀਮ ਤੂੰ ਹੈ, ਕਾਸ਼ਫ ਹੈ, ਮੁਬਸ਼ਰ ਸ਼ਾਹ ਹੈ, ਇਹ ਸਭ ਤੇ ਫੇਸ ਤੋਂ ਦੁਨੀਆ ਵਾਕਿਫ ਹੈ ਔਰ ਪਰਸਨਲੀ ਲੋਕ ਜਾਣਦੇ ਨੇ। हर एक नूं पता वे कि मुफ्ती मुबशर शाह गुजराले दा जे ते गरजाख ए रहिंदा वे ते इन्नी देर दा काम कर रहे हैं, सारी दुनिया नूं पता है। मेरी एक चीज़ दे बारे पता है जी। वो जिहड़ा बंदे नूं तुसीं अज तक तुसीं सोशल मीडिया ते वेखिया ही नहीं, वो तुसीं ओहदे बारे किंज यार तुसीं कोई भरोसा कर सकदे हो? सोनिओ वो किंज ते मजनू लोग हो तुसीं यार। जी शाह जी, मैं एक और गल तुहाडे कोल पुछना चाहना कि मैं ये सोच रहा कि शायद मेरे को बाद च कोई गलत काम ना हो जाए। अगर जिहड़ा गुस्ताख दे नाल बह के, ठीक है, जिहड़ा ਉਹਨੂੰ ਐਕਸਪੋਜ਼ ਕਰਦਾ ਕਿ ਇਹ ਬੰਦਾ ਗੁਸਤਾਖ ਹੈ, ਉਹ ਉਸੇ ਬੰਦੇ ਦੇ ਨਾਲ ਬਹਿ ਕੇ ਖੁਦ ਨੂੰ ਜਿਹੜਾ ਮੁਸਲਮਾਨ ਕਹਿੰਦਾ ਉਹਨੂੰ ਹੀ ਗਾਲਾਂ ਕੱਢੇ ਜਿਹਨੇ ਕਿਹਾ ਵੀ ਇਹ ਬੰਦਾ ਗੁਸਤਾਖ ਨੇ ਗੁਸਤਾਖੀ ਕੀਤੀ ਹੈ, ਉਹ ਬੰਦੇ ਦੇ ਬਾਰੇ ਥੋੜਾ ਦੱਸ ਦਿਓ। नहीं मैनू नहीं समझ नहीं आई। फर्ज करो वो बंदे ने गुस्ताखी की है, ਉਹਦੇ ਨਾਲ ਇੱਕ ਸਾਡਾ ਹੀ ਬੰਦਾ ਬਹਿ ਕੇ ਜਿਹੜਾ ਖੁਦ ਨੂੰ ਮੁਸਲਮਾਨ ਕਹਿੰਦਾ ਹੈ, अच्छा वो बह गया, ठीक है। ਉਹਨੇ ਮੈਨੂੰ ਗਾਲਾਂ ਕੱਢੀਆਂ ਨੇ ਕਿ ਇਹਨੇ ਕਿਉਂ ਕਿਹਾ ਕਿ ਗੁਸਤਾਖ ਹੈ। यानी वो सेकंड पर्सन ने जी जी ਉਹਨੇ ਤੁਹਾਨੂੰ ਫਿਰ ਅੱਗੋਂ ਗਾਲਾਂ ਕੱਢ ਦਿੱਤੀਆਂ। जी अच्छा ठीक है। अच्छा वो ਰੋਲਾ ਵਿੱਚ ਇਹੋ ਹੀ ਹੈ ਨਾ ਸੋਹਣਿਆ, ਸਮਝੋ ਨਾ गेम, समझो ना। ਰੋਲਾ ऐ वे कि सुनी सुनाई नबी आलम सल्लल्लाहु अलैहि वसल्लम की हदीस है, किसी इंसान के झूठा होने के लिए इतना ही काफ़ी है कि वो हर सुनी सुनाई बात से आगे पेश करते। फिर वो कुरान च की आंदा है कि ਜਦੋਂ कोई फासक कोई खबर लैके आए तो उसकी तहकीक करिया करो, रिसर्च करिया करो। वो गल है वे भाई जी, सोशल मीडिया का कोई यकीन नहीं। हुण वेखो ना, फर्ज कर लो कि
ਚਲੋ ਯਾਰ ਇਹ ਮਲਕ ਨੂੰ ਹੀ ਕਰ ਲੈਂਦੇ ਹਾਂ, ਮਲਕ ਨੂੰ ਹੀ ਕਰ ਲੈਂਦੇ ਹਾਂ। ਮਲਕ ਦੀ ਅਗਰ ਕੋਈ ਤਸਵੀਰ ਨਾ ਆਉਂਦੀ ਸਾਹਮਣੇ ਤੇ ਮੈਂ ਐਵੇਂ ਹੀ ਇਹਦੇ ਬਾਰੇ ਮਤਲਬ ਹੈ ਵੀ ਕਿ ਇਹਦੀ ਹਰ ਸੱਚੀ ਝੂਠੀ ਦੇ ਉੱਤੇ ਯਕੀਨ ਕਰੀ ਜਾਂਦਾ ਔਰ ਉਹਦੀ ਹਮਾਇਤ ਵੀ ਕਰੀ ਜਾਂਦਾ, ਨੱਪ ਕੇ ਰੱਖਦਾ। ਜਾਂ ਇੱਕ ਗਲਤੀ ਮੇਰੇ ਕੋਲ ਹੋਈ ਸੀ, ਉਹਦਾ ਅੱਜ ਤੱਕ ਖਮਿਆਜ਼ਾ ਅਸੀਂ ਭੁਗਤ ਰਹੇ ਹਾਂ। ਉਹ ਸੀ ਜਨਾਬ ਉਹ ਆਮਿਰ ਹੱਕ ਨਾਮ ਦੀ ਆਈਡੀ। ਹੁਣ ਉਹਦਾ ਇਹ ਪਹਿਲੇ ਨੰਬਰ ਤੇ ਉਹਦਾ ਨਾਂ ਹੀ ਉਹ ਗਲਤ, ਦੂਜਾ ਉਹ ਬੰਦਾ ਸੀ HES ਦਹਿਰੀਆ ਸੀ। ਫਿਰ ਉਹ 4 ਦਿਨ ਸਾਡੇ ਨਾਲ ਆ ਕੇ ਰਹਿੰਦਾ ਹੈ, ਅਸੀਂ ਸਾਡੇ ਪਲੇਟਫਾਰਮ ਤੇ ਉਹ ਮਸ਼ਹੂਰ ਹੋ ਜਾਂਦਾ ਹੈ। ਉਸ ਤੋਂ ਬਾਅਦ ਉਹਨੇ ਆਪਣੀ ਅਸਲੀਅਤ ਫਿਰ ਵਹਾ ਦਿੱਤੀ। ਤੇ ਇਹ ਗੱਲਾਂ ਹੁੰਦੀਆਂ ਨੇ, ਇੱਥੋਂ ਦੀ ਕਿਸੇ ਆਈਡੀ ਦਾ ਕੋਈ ਯਕੀਨ ਨਹੀਂ ਭਾਈ ਜੀ, ਕੋਈ ਯਕੀਨ ਨਹੀਂ। ਔਰ ਐਵੇਂ ਨਾ ਕਿਸੇ ਦੀ ਹਮਾਇਤ 'ਚ ਬੋਲ ਪਿਆ ਕਰੋ, ਤੇ ਐਵੇਂ ਨਾ ਫਿਰ ਕਿਸੇ ਅਨਨੋਨ ਆਈਡੀ ਦੀ ਵਜ੍ਹਾ ਤੋਂ ਆਪਣੀ ਸਪਾਈ ਨਾ ਮਾਰਨੇ ਸ਼ੁਰੂ ਕਰ ਦਿਆ ਕਰੋ। ਬਿਲਕੁਲ। ਤੁਸੀਂ ਜਿਨ੍ਹਾਂ ਦੀ ਹਮਾਇਤ ਕਰਦੇ, ਤੁਹਾਨੂੰ ਕੀ ਪਤਾ ਹੈ ਉਹ ਕੌਣ ਨੇ? ਯਕੀਨ ਮੰਨੋ, ਵੱਲਾ ਮੈਂ ਤੁਹਾਨੂੰ ਸਹੀ ਕਹਿੰਦਾ ਜੇ ਪਿਆ, ਹਜੇ ਹੁਣ ਬਹਿ ਕੇ ਬੋਲਦਾ ਸੀ ਪਿਆ, ਉਹਦੀ ਆਵਾਜ਼ ਮੈਨੂੰ ਕੋਈ ਪਹਿਚਾਣ 'ਚ ਆ ਰਹੀ ਸੀ। ਕਿਉਂਕਿ ਆਵਾਜ਼ਾਂ ਜਿਹੜੀਆਂ ਮੈਂ ਕੋਈ 10-15 ਸਾਲ ਪਹਿਲੇ ਵੀ ਕਦੀ ਸੁਣੀ ਹੁੰਦੀ ਹੈ ਨਾ, ਤੇ ਉਹ ਮੇਰੇ ਕੰਨਾਂ, ਉਹ ਮੈਂ ਅੱਲਾ ਨੇ ਮੈਨੂੰ ਇਹ ਚੀਜ਼ ਅਤਾ ਕੀਤੀ ਹੈ ਕਿ ਮੈਂ ਭੁੱਲਦਾ ਨਹੀਂ ਹੁੰਦਾ। ਬੰਦੇ ਨੂੰ ਪਹਿਚਾਣ ਲੈਣਾ ਕਿ ਬੰਦਾ ਦੀ ਆਵਾਜ਼ ਤੇ ਮੈਂ ਪਹਿਲੇ ਸੁਣੀ ਹੈ। ਅਸੀਂ ਬੜੇ ਬੰਦੇ ਇੰਜ ਦੇ ਕੱਢੇ ਨੇ ਅਲਹਮਦੁਲਿਲਾ। ਅੱਛਾ, ਤੇ ਇਹ ਆਵਾਜ਼ ਮੈਨੂੰ ਕੋਈ ਜਾਨੀ ਪਹਿਚਾਨੀ ਜਿਹੀ ਲੱਗ ਰਹੀ ਹੈ। ਆਵਾਜ਼ ਪਹਿਲੇ ਮੈਂ ਸੁਣ ਚੁੱਕਿਆ ਹਾਂ। ਹੁਣ ਉਹ ਪੁਰਾਣੇ ਮੇਰੇ ਮੁਨਾਜ਼ਰੇ ਕੁਝ ਰਿਕਾਰਡ ਹੋਏ ਨੇ ਕਾਦੀਆਨੀਆਂ ਦੇ ਨਾਲ, ਤੇ ਉਹ ਮੈਂ ਕੋਈ ਕਰ ਰਿਹਾ ਵਾਂ ਕੋਈ ਅਟੈਚ, ਤੇ ਮੈਨੂੰ ਕੋਈ ਸਬੂਤ ਲੱਭ ਗਿਆ ਨਾ, ਤੇ ਮੈਂ ਇਨਸ਼ਾਅੱਲਾ ਫਿਰ ਸਬੂਤ ਨਾਲ ਮੈਂ ਆਵਾਂਗਾ ਸਾਹਮਣੇ ਇਨਸ਼ਾਅੱਲਾ। ਤੇ ਬਹਰਹਾਲ ਬੰਦੇ ਕੁਝ ਹੋਰ ਨੇ, ਤੁਸੀਂ ਇਹਨਾਂ ਕੋਲ ਜਾਨ ਛਡਾਓ ਯਾਰ। ਕਿਉਂ ਇਹਨਾਂ ਨੂੰ ਆਪਣੀਆਂ ਸਫਾਂ 'ਚ ਰੱਖਿਆ ਜੇ? ਲਿੱਤਰ ਮਾਰ ਕੇ ਸਾਈਡ ਤੇ ਕਰੋ। ਜੇ ਤੁਸੀਂ ਅੱਜ ਮੁਸ਼ਾਫਤਾਂ ਕਰਦੇ ਸੋ ਪਏ, ਤੇ ਤੁਸੀਂ ਕਹਿੰਦੇ ਨਾ ਯਾਰ ਕੈਮਰਾ ਆਨ ਕਰ ਯਾਰ, ਅੱਜ ਤੱਕ ਅਸੀਂ ਤੇਰੀ ਤਸਵੀਰ ਤੇ ਨਹੀਂ ਵੇਖੀ ਹੈ, ਅਸੀਂ ਵੇਖ ਤੇ ਲਈਏ ਤੂੰ ਹੈ ਕੌਣ। ਇਹ ਵੀ ਤਰੀਕਾ ਕਰ, ਦੋ ਰੰਗੀ ਛੋੜ ਦੇ, ਯਕ ਰੰਗ ਹੋ ਜਾ, ਸਰਾਸਰ ਮੋਮ ਜਾਂ ਸੰਗ ਹੋ ਜਾ। ਅਨਨੋਨ ਬੰਦਿਆਂ ਨੇ ਯਕੀਨ ਨਾ ਕਰਿਆ ਕਰੋ, ਅੱਲਾ ਦਿਓ ਬੰਦਿਓ। ਫੇਕ ਆਈਡੀਆਂ ਨੇ, ਫੇਕ ਨੇ ਮਾਮਲਾ ਸਾਰੇ, ਤੇ ਇਹ ਪਿੱਛੇ ਸਾਰੀ ਕਮਿਊਨਿਟੀ ਕਾਦੀਆਨੀ ਤੇ HES ਬੈਠੇ ਨੇ ਧੈਰੀਏ। ਬਿਲਕੁਲ ਸਮਝ ਆਈ ਕਿ ਨਹੀਂ? ਤੇ ਕਿਸੇ ਦਾ ਕੋਈ ਭਰੋਸਾ ਨਹੀਂ ਭਾਈ ਨਾ। ਔਰ ਰਹੀ ਬਾਤ, ਬਹੁਤ ਅੱਛਾ ਮਾਸ਼ਾਅੱਲਾ, ਇਹ ਸਾਡੇ ਝੰਡੇ ਹੋਏ ਨੇ, ਇਹ ਫਹੀਮ, ਇਹ ਸਾਰੀ ਕਮਿਊਨਿਟੀ ਮਾਸ਼ਾਅੱਲਾ ਸਾਡੀ ਝੰਡੀ ਹੋਈ ਹੈ। ਤੇ ਇਹਨਾਂ ਨੇ ਬੇਸ਼ੱਕ ਤੁਸੀਂ ਜਿਹੜਾ ਲਿਆ ਵੇ ਸਟੈਂਡ ਬਹੁਤ ਜ਼ਬਰਦਸਤ, ਮੈਨੂੰ ਮਜ਼ਾ ਆਇਆ, ਤੇ ਮੈਂ ਹਮਾਇਤ 'ਚ ਤੁਹਾਡੀ। ਬਹਰਹਾਲ ਗੁਜ਼ਾਰਿਸ਼ ਹੈ ਭਾਈ ਜੀ, ਜਿਹੜੇ ਇੱਧਰ ਉੱਧਰ ਦੇ ਕੰਨ ਟੁੱਟਾ ਟਰੈਪ, ਜਿਨ੍ਹਾਂ ਨੂੰ ਅੱਜ ਅਸੀਂ ਵੇਖਦੇ ਹਾਂ ਵੀ ਜਿਨ੍ਹਾਂ ਦੀ ਨਾ ਹੀ ਕੋਈ ਤਰਬੀਅਤ ਹੋਈ, ਨਾ ਹੀ ਉਹਨਾਂ ਨੇ ਕਿਸੇ ਸਾਹਿਬ ਇਲਮ ਦੇ ਕੋਲ ਬੈਠ ਕੇ ਕੋਈ ਜ਼ਾਨੂਏ ਤਲਮੀਜ਼ ਤੈਅ ਕੀਤਾ, ਕੋਈ ਸੋਹਬਤ ਨਹੀਂ ਲਈ, ਕੋਈ ਦਰਸ ਨਹੀਂ ਲਿਆ, ਕੋਈ ਪਤਾ ਨਹੀਂ ਚੱਲਿਆ, ਤੇ ਇੱਧਰ ਇਹਨਾਂ ਵਿਚਾਰਿਆਂ ਨੂੰ ਪਤਾ ਹੀ ਕੱਖ ਨਹੀਂ ਹੈ ਵਿਚਾਰਿਆਂ ਨੂੰ। ਹਜ਼ਰਤ ਇੱਕ ਹੋਰ ਮੈਂ ਸੋਚ ਰਿਹਾ ਸੀ ਹੁਣੇ ਇੱਕ ਮੌਲਵੀ ਸਾਹਿਬ ਰਾਂ ਸਵਾਲ ਉਠਾ ਦਿੱਤਾ ਕਿ ਮੈਂ ਮਿਰਜ਼ੇ ਕਾਦੀਆਨੀ ਦਾ ਉਹ ਹਰਾਮੀ ਵਾਲਾ ਫਤਵਾ ਲੈ ਕੇ ਤੇ ਉਹ ਉਸੇ ਬੰਦੇ ਤੇ ਲਾ ਦਿੱਤਾ, ਤੇ ਉਹਦੇ ਤੇ ਵੀ ਇਤਰਾਜ਼ ਹੋਇਆ ਅੱਜ ਕਿ ਤੂੰ ਉਹ ਮਿਰਜ਼ੇ ਦਾ ਫਤਵਾ ਕਿਉਂ ਲਿਆ, ਤੈਨੂੰ ਹੋਰ ਕਿਸੇ ਮੌਲਵੀ ਦਾ ਫਤਵਾ ਨਹੀਂ ਲੱਗਦਾ। ਮੈਂ ਤੁਸੀਂ ਮੰਨੋ ਤਾਂ ਸਹੀ ਗੁੱਸਾ ਕੀਤੀ ਭਾਈ, ਨੰਗੀ ਤਲਵਾਰ ਹੋ ਜਾਓ, ਕੁਰਾਨ ਦੇ ਉੱਤੇ ਅਸੀਂ ਅਮਲ ਕਰਨਾ, ਸਾਨੂੰ ਨਹੀਂ, ਅਸੀਂ ਕਿਸੇ ਦੀ ਨਹੀਂ ਸੁਣਨੀ। ਕੁਫਾਰ ਨੱਪ ਕੇ ਰੱਖੋ, ਸਿੰਗੀ ਦੇ ਉੱਤੇ ਪੈਰ ਰੱਖ ਕੇ ਰੱਖੋ, ਤੇ ਉੱਤੇ ਨਾ ਇਹਨਾਂ ਦੇ ਮੂੰਹ ਦੇ ਵਿੱਚ ਟੱਟੀ ਦੇ ਮੂਤਰ ਕਰੋ, ਜੋ ਹੋ ਸਕਦਾ ਜੋ ਕਰੋ। ਸਮਝ ਆਈ ਕਿ ਨਹੀਂ ਆਸਰਾ ਕਰਨਾ, ਕੋਈ ਆਸਰਾ ਨਹੀਂ। ਤੇ ਜਿੰਨੇ ਇਹਨਾਂ ਦੀ ਕੀਤੀ ਹੈ, ਮਲਕ ਹੈ ਨਾ, ਮਲਕ ਮੈਨੂੰ ਵੈਲ ਬੜਾ ਪਸੰਦ ਹੈ, ਸਹੀ ਹੈ ਨਾ ਭਾਈ। ਇਹ ਲੜ ਪੈਂਦਾ, ਇਹ ਘੁੱਲ ਪੈਂਦਾ ਉਹਨਾਂ ਬੰਦਿਆਂ ਦੇ ਨਾਲ ਕਿ ਤੁਸੀਂ ਇਹਨਾਂ ਗੱਦਾਰਾਂ ਦੇ ਨਾਲ ਕਿਉਂ ਤੁਸੀਂ ਤਲਕ ਵਾਸਤਾ ਕੀਤਾ, ਕਿਉਂ 10 ਪੰਜਾ ਲਿਆ, ਕਿਉਂ ਤੁਸੀਂ ਮੁਲਾਕਾਤ ਕੀਤੀ ਭਾਈ, ਕਿਉਂ ਉਹਨਾਂ ਨਾਲ ਉੱਠਦੇ ਬੈਠਦੇ ਹੋ? ਜਿਹੜਾ ਜਿਹਦੇ ਨਾਲ ਉੱਠਦਾ ਬੈਠਦਾ ਉਹਨੂੰ ਵੀ ਅਸੀਂ ਲਿੱਤਰ ਫੇਰਾਂਗੇ। ਹਾਂ, ਬਿਲਕੁਲ ਨਹੀਂ, ਬਿਲਕੁਲ ਨੰਗੀ ਤਲਵਾਰ ਹੋ ਕੇ ਰਹਿਣਾ, ਕਿਸੇ ਨਾਲ ਕੋਈ ਭਾਈ ਨਹੀਂ। ਅਸੀਂ ਯਬ ਸਾਡੇ ਕੋਲ ਤਾਂ ਨਹੀਂ ਹੁੰਦੀ। ਹਾਂ, ਨਬੀ ਦੇ ਗੁਸਤਾਖਾਂ ਦੇ ਨਾਲ ਅਸੀਂ ਯਾਰ ਕਿਉਂ ਤਲਕ ਵਾਸਤੇ ਰੱਖੀਏ? ਗੁਸਤਾਖਾਂ ਦੇ ਨਾਲ ਅਸੀਂ ਤਲਕ ਵਾਸਤੇ ਰੱਖੀਏ? ਤੇ ਬਸ ਠੀਕ ਹੈ, ਸਹੀ ਹੈ, ਆਪਣੀ ਕੰਪੇਨ ਦਬਾ ਕੇ ਰੱਖੋ।
ਰੱਬ ਕਰਮ इंशाल्लाह इंशाल्लाह ਇਹ ਕੰਪੇਨ ਨਹੀਂ ਸਾਡੀ ਪਿੱਛੇ ਆਏਗੀ ਇਨਸ਼ਾਅੱਲਾ। इंशाल्लाह। ਹਾਂ ਤੇ ਦੂਸਰੀ ਬਾਤ ਹੈ ਕਿ ਪਰਸਨਲ ਆਈਡੀਜ਼ ਨੂੰ ਲੈ ਕੇ ਇੰਨਾ ਭਾਵੇਂ ਜਜ਼ਬਾਤੀ, ਇਹ ਮੇਰੀ ਰਾਏ ਵੇ ਯਾਰ, ਬਸ ਇੰਨੇ ਜਜ਼ਬਾਤੀ ਨਾ ਆਇਆ ਕਰੋ। ਬਸ ਇੱਕ ਅੱਧੀ ਵੀਡੀਓ ਬਣਾ ਦੇ ਬਸ ਉਹਦੀ ਗੇਮ ਓਵਰ ਹੋ ਗਈ। ਬਸ ਇੰਨੀਆਂ ਜ਼ਿਆਦਾ ਵੀਡੀਓਜ਼ ਬਣਾਓਗੇ ਫਿਰ ਹੋਏਗਾ ਇਹ ਕਿ ਉਹ ਬੰਦਾ ਹੋਰ ਫੁੱਲੇਗਾ। ਉਹ ਕਹੇਗਾ ਵੇਖਿਆ ਜੇ ਨਾ, ਉਹ ਜਿਸ ਮਿਸ਼ਨ ਤੇ ਨਿਕਲਿਆ ਸੀ ਨਾ, ਉਹ ਕਹੇਗਾ ਮੈਂ ਤੇ ਕਾਮਯਾਬ ਹੋ ਗਿਆ ਨਾ, ਮੈਂ ਇਹੋ ਹੀ ਤੇ ਚਾਹ ਰਿਹਾ ਸਾਂ। ਤੇ ਇੰਨਾ ਨਹੀਂ ਕਿਸੇ ਨੂੰ, ਬਸ ਇੱਕ ਵੀਡੀਓ ਬੜੀ ਹੁੰਦੀ ਹੈ। ਮੈਂ ਨਾ ਕਿਸੇ ਦੇ ਰੱਦ ਦੇ ਵਿੱਚ ਨਾ ਇੱਕ ਵੀਡੀਓ ਬੜੀ ਬੇਬਾਈ, ਬਲਕਿ ਉਹਨੂੰ ਵੀ 4 ਦਿਨ ਰੱਖੋ ਸੋਸ਼ਲ ਮੀਡੀਆ ਦੇ ਉੱਤੇ ਤੇ ਬਾਅਦ ਚ ਡਿਲੀਟ ਕਰ ਦਿਓ। ਬਸ ਇੰਨਾ ਨਹੀਂ ਉਹਨੂੰ ਦੇਣਾ। मुफ्ती साहब वो कल की है वे कि मेरी आदत है वे शुरू तो ही अरसा दराज तो कि मैं किते कदी किसी ते वीडियो नहीं पाई है, तो जो मैं वीडियो पाना तो फिर मैं उस हिसाब दा हुण ਇਹ ਉਹ ਬੰਦਾ ਵੇ ਤੁਸੀਂ ਮੰਨਦੇ ਹੋ ਕਿ ਮੈਂ ਇਹਦੇ ਉੱਤੇ ਵੀਡੀਓ ਪਾਣਾ ਗਵਾਰਾ ਨਹੀਂ ਕੀਤਾ, ਹਾਲਾਂਕਿ ਰੋਜ਼ ਪਾਉਂਦਾ ਮੇਰੇ ਉੱਤੇ। ਹਾਂ ਨਾ ਇਹਨਾਂ ਨੂੰ ਨਹੀਂ, ਨਿੱਛਾਂ ਨੂੰ ਅਸੀਂ ਕੁਝ ਸਮਝਦੇ ਕੁਝ ਨਹੀਂ। ਪਤਾ ਕੀ ਇਧਰ ਪਤਾ ਕੀ ਹੈ, ਉਹ ਨਸੀਰੁੱਦੀਨ ਨਸੀਰ ਸਾਹਿਬ ਦੀ ਇੱਕ ਮੈਂ ਉਹ ਸੁਣ ਰਿਹਾ ਸਾਂ ਆਡੀਓ, ਬੰਦੇ ਨੇ ਬੜੀ ਸੋਹਣੀ ਗੱਲ ਕੀਤੀ। ਆਂਦੇ ਨੇ ਕਿ ਜਿਹੜਾ ਹੁੰਦਾ ਨਾ ਹਾਸਿਦ ਦੇ ਸਾਹਮਣੇ ਨਾ ਤੁਸੀਂ ਹੱਸਣਾ ਹੈ, ਓਏ ਹੋਏ ਉਹ ਤੁਹਾਡਾ ਜਿਹੜਾ ਹਾਸਾ ਹੈ ਨਾ ਉਹਨੂੰ ਹੋਰ ਉਹਦੀ ਅੱਗ ਦੇ ਵਿੱਚ ਇੰਨਾ ਕੁ ਜਲਾ ਦੇਗਾ ਉਹ ਭਸਮ ਹੋ ਜਾਏਗਾ। ਬਸ ਇਹ ਜੇ ਇਹਨਾਂ ਦਾ ਇਲਾਜ। ਗੱਲ ਸੁਣੋ, ਇਹ ਚਾਹੁੰਦੇ ਇਹੋ ਹੀ ਨੇ ਕਿ ਭਾਈ ਸਾਨੂੰ ਇਹ ਜਵਾਬ ਦਿੱਤਾ ਜਾਏ, ਸਾਡੇ ਉੱਤੇ ਵੀਡੀਓਜ਼ ਬਣਨ, ਅਸੀਂ ਲੋਕਾਂ ਦੇ ਵਿੱਚ ਮਸ਼ਹੂਰ ਹੋਈਏ ਤੇ ਬੜਾ ਕੁਝ। ਤੁਸੀਂ ਅੱਗੋਂ ਉਹਨਾਂ ਦੇ ਬਾਰੇ ਕੁਝ ਕਹਿੰਦੇ ਹੀ ਨਹੀਂ ਨਾ, ਓਏ ਹੋਏ ਉਹਦੇ ਵਿੱਚ ਉਹ ਇੰਨਾ ਕੁ ਜਲ ਜੁਲ ਜਾਏਗਾ ਕਿ ਯਾਰ ਮੇਰਾ ਨਿਸ਼ਾਨਾ ਮੇਰਾ ਤੀਰ ਨਿਸ਼ਾਨੇ ਤੇ ਵੱਜਦਾ ਹੀ ਨਹੀਂ ਪਿਆ, ਮੈਂ ਕੀ ਕਰਾਂ। ਮੁਫਤੀ ਬਸ਼ਰ ਮੇਰਾ ਨਾਮ ਲੈਣਾ ਤੱਕ ਗੁਆਰਾ ਨਹੀਂ ਕਰ ਰਿਹਾ ਯਾਰ। ਓਏ ਹੋਏ ਮੈਂ ਤੇ ਚਾਹੁੰਦਾ ਸਾਂ ਪਿਆ ਇਹ ਨਾਮ ਲੈਂਦਾ ਹੈ, ਇਹਦਾ ਪਲੇਟਫਾਰਮ ਐਡਾ ਵੱਡਾ ਵੇ ਤੇ ਚੱਲ ਇੱਕ ਵਾਰੀ ਨਾ ਹੀ ਸਿਰਫ ਲੈ ਲੈਂਦਾ ਤੇ ਮੇਰੀ ਮਸ਼ਹੂਰੀ ਵਾਵਾ ਹੋ ਜਾਂਦੀ ਸੀ। ਬੱਲੇ ਇਹ ਵੇ ਇਹਨਾਂ ਦਾ ਤਰੀਕਾ ਕਾਰ, ਅਸੀਂ ਇਹਨਾਂ ਦਾ ਨਾਮ ਤੱਕ ਨਹੀਂ ਲੈਣਾ ਗੁਆਰਾ ਕਰਦੇ। ਹਾਂ ਬਸ ਇਹ ਤਰੀਕਾ ਕਾਰ ਹੁੰਦਾ। ਚਲੋ ਯਾਰ ਰੱਬ ਰੱਖਾ, ਮੈਨੂੰ ਇਜਾਜ਼ਤ ਦਿਓ ਬਈ। अल्लाह पाकिस्तान इस्लाम वालेकुम अस्सलाम। अच्छा जी, एक आईडी आई है मलक भाई लोग